ਬਿਲਾਵਲ ਮਹਿਲਾ ਪੰਜਵਾ। ਚਰਨ ਕਮਲ ਕਾ ਆਸਰਾ, ਦੀਨੋ ਪ੍ਰਭ ਆਪ। ਪ੍ਰਭ ਸ਼ਰਨਾਗਤ ਜਨ ਪਰੇ, ਤਾਂਕਾ ਸਦ ਪ੍ਰਤਾਪ। ਰਾਖਨਹਾਰ ਅਪਾਰ, ਪ੍ਰਭ ਤਾਂ ਕੀ ਨਿਰਮਲ ਸੇਵ। ਰਾਮ ਰਾਜ ਰਾਮਦਾਸਪੁਰ, ਕੀਨੇ ਗੁਰਦੇਵ ਰਹਾਉ। ਸਦਾ ਸਦਾ ਹਰਿ ਧਿਆਈਐ, ਕਿਛ ਬਿਘਨ ਨ ਲਾਗੈ। ਨਾਨਕ ਨਾਮ ਸੁਲਾਹੀਐ, ਭਏ ਦੁਸ਼ਮਨ ਭਾਗੈ। ਨਾਨਕ ਨਾਮ ਸਲਾਹੀਐ, ਭਏ ਦੁਸ਼ਮਨ ਭਾਗੈ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸ਼ਸ਼ੋਭਤ ਗੁਰੂ ਪਿਆਰਿਓ, ਆਪ ਸਭ ਧੰਨਤਾ ਦੇ ਯੋਗ ਹੋ, ਵਡਭਾਗੇ ਹੋ। ਆਓ ਸਤਿਗੁਰਾਂ ਦੀ ਬਖਸ਼ਿਸ਼ ਗੁਰਫਤਿਹ ਦੀ ਸਾਂਝ ਪਾਈਏ। ਸਭ ਨੇ ਬੋਲਣਾ ਜੀ, ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਸ਼ਬਦ ਬਿਲਾਵਲ ਰਾਗ ਦੇ ਵਿੱਚੋਂ ਆਪਾਂ ਗਾਇਨ ਕੀਤਾ ਹੈ, ਆਪਸ ਵਿੱਚ ਸਾਂਝਾ ਕੀਤਾ ਹੈ, ਜਿਸ ਪਾਵਨ ਸ਼ਬਦ ਦਾ ਰਹਾਉ ਵਾਲਾ ਬੰਦਾ, ਉਸ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕੀ ਕਹਿੰਦੇ ਨੇ। ਕਿਉਂਕਿ ਜਦੋਂ ਆਪਾਂ ਰਹਾਉ ਦੇ ਬੰਦ ਨੂੰ ਵਿਚਾਰਦੇ ਹਾਂ, ਇਉਂ ਮੰਨ ਲਵੋ ਵੀ ਰਹਾਉ ਦਾ ਅਰਥ ਹੁੰਦਾ ਰੁਕਣਾ, ਠਹਿਰਨਾ, ਤੇ ਠਹਿਰ ਕੇ ਕਰਨਾ ਕੀ ਹੈ, ਗੱਲ ਨੂੰ ਸਮਝਣਾ, ਧਿਆਨ ਦੇ ਨਾਲ ਚੱਲਣਾ। ਹੁਣ ਇੱਥੇ ਗੁਰੂ ਸਾਹਿਬ ਜੀ ਨੇ ਸਾਨੂੰ ਰਹਾਉ ਵਿੱਚ ਜ਼ਿਕਰ ਕੀਤਾ, ਕਹਿੰਦੇ ਰਾਖਣ ਹਾਰ ਅਪਾਰ ਪ੍ਰਭ, ਤਾਂ ਕੀ ਨਿਰਮਲ ਸੇਵ। ਰਾਖਣਹਾਰ ਹਰ ਇੱਕ ਜੀਵ ਦੀ ਰੱਖਿਆ ਕਰਨ ਵਾਲਾ ਉਹ ਪ੍ਰਭੂ ਪਰਮਾਤਮਾ ਆਪ ਹੈ। ਰਾਖਣਹਾਰ ਅਪਾਰ ਪ੍ਰਭ, ਤੇ ਉਹਦੀ ਜਿਹੜੀ ਮਹਿਮਾ ਹੈ, ਜਿਹੜੀ ਉਹਦੀ ਤਾਕਤ ਹੈ, ਉਹ ਅਪਾਰ ਹੈ। ਅਪਾਰ ਤੋਂ ਭਾਵ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਕਿਸੇ ਵੀ ਤਰ੍ਹਾਂ ਦਾ ਉਹਦਾ ਭੇਦ ਨਹੀਂ ਪਾਇਆ ਜਾ ਸਕਦਾ, ਮਰਮ ਨਹੀਂ ਪਾਇਆ ਜਾ ਸਕਦਾ। ਰਾਖਣਹਾਰ ਅਪਾਰ ਪ੍ਰਭ। ਹੁਣ ਪਾਤਸ਼ਾਹ ਜੀ ਕਹਿੰਦੇ ਉਹ ਪ੍ਰਭੂ ਪਰਮਾਤਮਾ ਦੀ ਇਹ ਮਹਿਮਾ ਜਿਹੜੀ ਹੈ ਬਿਆਨ ਨਹੀਂ ਕੀਤੀ ਜਾ ਸਕਦੀ, ਪਰੇ ਤੋਂ ਪਰੇ ਦੀ ਮਹਿਮਾ। ਚਲੋ ਇਹ ਤਾਂ ਗੱਲ ਆਪਾਂ ਮੰਨ ਲਵੋ ਵੀ ਰੋਜ਼ਾਨਾ ਹੀ ਗੁਰਬਾਣੀ ਦੇ ਵਿੱਚੋਂ ਸਮਝਦੇ ਹਾਂ, ਰੋਜ਼ ਦੀ ਬਖਸ਼ਿਸ਼ ਹੁੰਦੀ ਆ ਵੀ ਉਹ ਪ੍ਰਭੂ ਪਰਮਾਤਮਾ ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਪਰੰਪਾਰ ਹੈ, ਉਹ ਬੜੀ ਵੱਡੀ ਤਾਕਤ ਵਾਲਾ ਹੈ, ਉਹ ਸਮਰਥ ਸਭ ਕਾਸੇ ਦਾ ਹੈ। ਇਹ ਤਾਂ ਗੱਲ ਇੱਥੇ ਫਿਰ ਹੋ ਗਈ। ਫਿਰ ਅੱਗੇ ਕੀ ਕਿਹਾਗਾ ਗੁਰੂ ਸਾਹਿਬ ਜੀ ਕਹਿੰਦੇ ਮੈਂ ਤੈਨੂੰ ਬੇਟਾ ਅਗਲੀ ਗੱਲ ਇਹ ਸਮਝਾਉਣਾਗਾ ਵੀ ਤੂੰ ਉਸ ਪ੍ਰਭੂ ਪਰਮਾਤਮਾ ਦੇ ਨਾਲ ਦੋਸਤੀ ਗੰਢ ਲਾ, ਮਿੱਤਰਤਾ ਪਾਲਾ। ਜਿਵੇਂ ਨਾ ਸਿਆਣੀ ਮਾਂ
ਆਪਣੇ ਬੱਚੇ ਨੂੰ ਕਹਿੰਦੀ ਆ, ਕਹਿੰਦੀ ਪੁੱਤ ਉਹ ਜਿਹੜਾ ਨਾ ਤੇਰਾ ਦੋਸਤ ਆਗਾ ਫਲਾਨਾ ਸਿਉਂ। ਬੱਚਾ ਕਹਿੰਦਾ ਹਾਂ ਮਾਂ। ਕਹਿੰਦੀ ਉਹਨਾਂ ਦਾ ਪਿਛੋਕੜ ਬਹੁਤ ਚੰਗਾ, ਉਹਨਾਂ ਦਾ ਕੋੜਮਾ ਚੰਗਾ ਗਾ। ਅੱਛਾ, ਤੇ ਉਹਦੇ ਨਾਲੋਂ ਤੂੰ ਨਾ ਕਦੇ ਆਪਣੀ ਦੋਸਤੀ ਨਾ ਤੋੜੀ। ਇਹ ਆਵਾਜ਼ ਨਾ ਸਿਆਣੀ ਮਾਂ ਆਪਣੇ ਬੱਚੇ ਨੂੰ ਸਮਝਾ ਰਹੀ ਆ, ਉਹਨੂੰ ਦੇ ਰਹੀ ਆ। ਕਿਉਂ ਮਾਂ, ਕਿੰਨਾ ਕੁ ਚੰਗਾ? ਕਹਿੰਦੀ ਪੁੱਤ ਇਹਨਾਂ ਦੇ ਤਾਂ ਖੂਨ ਚ ਸਿਆਣਪ ਆ, ਬਹੁਤ ਸਿਆਣਾ ਪਰਿਵਾਰ ਆ, ਤੂੰ ਕਦੇ ਵੀ ਇਸ ਬੱਚੇ ਨਾਲੋਂ ਆਪਣੀ ਮਿੱਤਰਤਾ ਨਾ ਤੋੜੀ। ਮਾਂ ਕਹਿੰਦੀ ਆਪਣੇ ਪੁੱਤ ਨੂੰ। ਬੱਚਾ ਕਹਿੰਦਾ ਠੀਕ ਆ, ਕਹਿੰਦਾ ਮੈਂ ਇਹ ਕੰਮ ਜ਼ਰੂਰ ਕਰੂੰਗਾ ਤੇ ਮੈਂ ਇਹਦੇ ਨਾਲੋਂ ਕਦੇ ਦੋਸਤੀ ਤੋੜਾਂਗਾ ਨਹੀਂ। ਇਵੇਂ ਜਿਵੇਂ ਗੁਰੂ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਕੋਈ ਅਤ ਕਥਨ ਨਹੀਂ ਹੈ ਜੇ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆਪਣੀ ਮਾਂ ਦਾ ਦਰਜਾ ਦੇ ਦੇਵਾਂਗੇ, ਹੈ ਵੀ ਕੋਈ ਸ਼ੱਕ ਨਹੀਂ। ਬਾਪ ਦਾ ਦਰਜਾ ਦੇ ਦੇਵਾਂਗੇ, ਕੋਈ ਸ਼ੱਕ ਨਹੀਂ। ਅਸੀਂ ਆ ਉਹਦੇ ਬੱਚੇ, ਉਸ ਦੇ ਨਿਆਣੇ। ਤੇ ਫਿਰ ਉਹ ਗੁਰੂ ਕਹਿੰਦਾ ਨਾ, ਕਹਿੰਦਾ ਤੂੰ ਇੱਕ ਗੱਲ ਧਿਆਨ 'ਚ ਰੱਖੀ ਪੁੱਤ, ਜਿਹੜਾ ਪ੍ਰਭੂ ਪਰਮਾਤਮਾ ਨਾ, ਇਹਦਾ ਕੋੜਮਾ ਬੜਾ ਚੰਗਾ, ਇਹਦਾ ਪਿਛੋਕੜ, ਇਹਦਾ ਮੂਲ ਬਹੁਤ ਚੰਗਾ, ਮੁੱਢ ਚੰਗਾ। ਇਹਦਾ ਕਰਨਾ ਕੀ ਆ, ਤੂੰ ਇਹਦੇ ਨਾਲੋਂ ਆਪਣਾ ਨਾਤਾ ਨਾ ਤੋੜੀ, ਰਿਸ਼ਤਾ ਨਾ ਤੋੜੀ, ਆਪਣੀ ਮਿੱਤਰਤਾ ਨਾ ਤੋੜੀ। ਮੇਨ ਪੁਆਇੰਟ ਇਹ ਆ ਵੀ ਇਹਦੇ ਨਾਲ ਜੁੜ ਕੇ ਰਹਿ ਬਸ। ਜਿਵੇਂ ਆਪਾਂ ਆਮ ਹੀ ਕਹਿ ਦਿੰਦੇ ਆ ਭਾਈ, ਜੇ ਆਪਾਂ ਫਲਾਨੇ ਧਿਰ ਨਾਲ ਜੁੜ ਜਾਾਂਗੇ ਨਾ, ਉੱਥੇ ਸਾਡਾ ਫਾਇਦਾ ਹੋ ਜਾਊਗਾ। ਜੇ ਬੱਚਾ ਕਿਸੇ ਸੰਸਥਾ ਨਾਲ ਜੁੜਦਾ ਨਾ ਤਾਂ ਉਹਦਾ ਫਾਇਦਾ ਹੋ ਜਾਂਦਾ। ਆਪਾਂ ਆਮ ਹੀ ਗੱਲਾਂ ਕਰਦੇ ਆ, ਆਮ ਹੀ ਗੱਲਾਂ ਕਰਦੇ ਆ ਨਾ। ਸੋਚੋ, ਇਵੇਂ ਜਿਵੇਂ ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ, ਗੁਰੂ ਸਾਹਿਬ ਜੀ ਕਹਿੰਦੇ ਪੁੱਤ ਤੂੰ ਇਸ ਗੱਲ ਦਾ ਧਿਆਨ ਰੱਖੀ, ਇਹ ਆਪਣੇ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨਾਲੋਂ ਨਾਤਾ ਨਾ ਤੋੜੀ, ਇਹਦੇ ਨਾਲੋਂ ਸੰਬੰਧ ਨਾ ਤੋੜੀ। ਫਿਰ ਲਿਖਿਆ ਕੀ ਆ, ਪਹਿਲਾਂ ਉਹ ਪਰਮਾਤਮਾ ਦੀ ਤਾਕਤ ਦਾ ਗੁਰੂ ਸਾਹਿਬ ਨੇ ਆਪਣੇ ਵੱਲੋਂ ਬਿਆਨ ਕੀਤਾ, ਦਿਖਾਇਆ ਹੈ। ਫਿਰ ਕਹਿ ਦਿੱਤਾ ਵੀ ਉਹ ਬਹੁਤ ਚੰਗਾ, ਬੜੀ ਤਾਕਤ ਦਾ ਮਾਲਕ ਆ, ਉਹਦੇ ਨਾਲੋਂ ਕਦੇ ਆਪਣਾ ਨਾਤਾ ਨਾ ਤੋੜੀ, ਉਹਦੀ ਉਲਟਾ ਨਾ ਸੇਵਾ ਕਰਿਆ ਕਰ, ਆਓ ਭਗਤੀ ਕਰਿਆ ਕਰ, ਤੇਰੇ ਚ ਗੁਣ ਹੋਣਾ ਚਾਹੀਦਾ ਹੈ। ਕੱਲੀ ਦੋਸਤੀ ਬਣਾ ਕੇ ਵੀ ਨਹੀਂ ਡੰਗ ਲੈਣਾ, ਤੇ ਉਹਦੀ ਆਓ ਭਗਤੀ ਕਰਿਆ ਕਰ। ਫਿਰ ਲਿਖਿਆ ਕੀ ਹੈ, ਉਹਦੀ ਭਗਤੀ ਪਵਿੱਤਰ ਹੈ, ਉਹਦੀ ਸੇਵਾ ਨਿਰਮਲ ਹੈ, ਉਹਦੀ ਸੇਵਾ ਕਰਕੇ ਤੇਰਾ ਜੀਵਨ ਵੀ ਨਿਰਮਲ ਹੋ ਜਾਵੇਗਾ। ਗੁਰੂ ਨੇ ਆਹ ਗੱਲ ਕਹਿਤੀ। ਅੱਗੇ ਕਿਹਾਗਾ, ਕੀ ਕਿਹਾਗਾ? ਪਾਤਸ਼ਾਹ ਜੀ ਕਹਿੰਦੇ ਐ ਮਨੁੱਖ, ਉਹ ਪਰਮਾਤਮਾ ਬੜਾ ਤਾਕਤ ਦਾ ਮਾਲਕ ਹੈ, ਰਾਖਣ ਹਾਰ ਅਪਾਰ ਪ੍ਰਭ, ਤਾਂ ਕਿ ਨਿਰਮਲ ਸੇਵ। ਦੁਨੀਆ ਦਾ ਕੰਮ ਕਰੇਗਾ ਨਾ, ਗੋਲਾ ਧੰਦਾ ਕਰੇਗਾ, ਸ਼ਾਇਦ ਤੇਰਾ ਬਣਦਾ ਹੱਕ ਨਾ ਮਿਲੇ। ਪ੍ਰਭੂ ਪਰਮਾਤਮਾ ਦੀ ਨਿਰਮਲ ਸੇਵਾ ਕਿਵੇਂ ਆ, ਇਹ ਪੱਖ ਆਪਾਂ ਵੇਖਣਾ। ਉਹਦੀ ਸੇਵਾ ਨਿਰਮਲ ਕਿਵੇਂ ਆ, ਪਰਮਾਤਮਾ ਦੀ ਸੇਵਾ ਨਿਰਮਲ ਕਿਵੇਂ ਆ। ਨੰਬਰ 1 ਤੇ ਉਹ ਪਰਮਾਤਮਾ ਦੀ ਸੇਵਾ, ਪਰਮਾਤਮਾ ਦੀ ਉਸਤਤ ਕਰਨੀ, ਬਸ ਇਹ ਸਭ ਤੋਂ ਵੱਡੀ ਸੇਵਾ। ਜਦੋਂ ਆਪਾਂ ਉਹਦੀ ਵਡਿਆਈ ਕਰਾਂਗੇ, ਉਹਦੇ ਗੁਣ ਵੇਖਾਂਗੇ, ਸਾਡੇ ਵਿੱਚ ਉਹਦੇ ਗੁਣ ਨੇ ਜਿਹੜੇ ਉਹ ਪ੍ਰਵੇਸ਼ ਹੋ ਜਾਣਗੇ। ਉਦਾਹਰਨ ਤੌਰ ਤੇ ਦੁੱਧ ਨੂੰ ਜਮਾਉਣਾ ਹੋਵੇ ਨਾ, ਦਹੀਂ ਦਾ ਰੂਪ ਦੇਣਾ ਹੋਵੇ, ਵੈਸੇ ਤੁਹਾਡਾ ਸਾਰਿਆਂ ਦਾ ਤਜਰਬਾ ਵੀ ਥੋੜਾ ਜਿਹਾ ਨਾਲ ਜਾਗ ਲਾਉਣਾ ਪੈਂਦਾ। ਜੇ ਜਾਗ ਨਹੀਂ ਲਾਵਾਂਗੇ ਦੁੱਧ ਜੰਮੇਗਾ ਨਹੀਂ, ਹੈ ਨਾ। ਚਲੋ ਇਹ ਤਜਰਬਾ ਸਾਰਿਆਂ ਦਾ ਹੀ ਆ, ਜਾਗ ਤੋਂ ਬਿਨਾਂ ਦੁੱਧ ਨਹੀਂ ਜੰਮਦਾ। ਇਵੇਂ ਜਿਵੇਂ ਤੇਰੀ ਜ਼ਿੰਦਗੀ 'ਚ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਮੇਰਾ ਮਤਲਬ ਆ ਜਾਗ ਲਾਉਣਾ। ਮਤਲਬ ਕੀ ਆ? ਜਾਗ ਲਾਉਣਾ। ਤੇ ਜਾਗ ਤੋਂ ਬਿਨਾਂ ਤੇਰੀ ਜ਼ਿੰਦਗੀ 'ਚ ਜਿਹੜੇ ਗੁਣ ਨੇ ਉਹ ਪੈਦਾ ਨਹੀਂ ਹੋ ਸਕਦੇ। ਜਾਗ ਗੁਣਾਂ ਦਾ ਜਾਗ ਲਾਉਣਾ ਆਪਾਂ, ਉਧਰ ਖੱਟੇ ਦਾ ਜਾਗ ਲੱਗਿਆਗਾ, ਇੱਧਰ ਗੁਣਾਂ ਦਾ ਜਾਗ ਲਾਉਣਾਗਾ, ਤਾਂ ਤੇਰੇ ਵਿੱਚ ਗੁਣ ਪ੍ਰਵੇਸ਼ ਹੋ ਸਕਦੇ ਨੇ। ਫਿਰ ਤਾਈਓ ਗੁਰੂ ਸਾਹਿਬ ਨੇ ਕਿਹਾਗਾ ਉਹਦੀ ਇਸੇ ਕਰਕੇ ਸੇਵਾ ਜਿਹੜੀ ਹੈ ਉਹ ਨਿਰਮਲਾ ਪਾਈ, ਐਸੇ ਕਰਕੇ।
ਰਾਖਨਹਾਰ ਅਪਾਰ ਪ੍ਰਭ ਤਾਂ ਕੀ ਨਿਰਮਲ ਸੇਵ। ਤੇ ਨਹੀਂ, ਜਦੋਂ ਗੱਲ ਸੇਵ ਦੀ ਆਉਂਦੀ ਹੈ ਨਾ, ਸੇਵਾ ਦੀ, ਉਦੋਂ ਮੰਨ ਲਓ ਵੀ ਜਿਹੜੀ ਸੇਵਾ ਆਪਾਂ ਗੁਰੂ ਨਾਨਕ ਸਾਹਿਬ ਦੇ ਦਰ ਘਰ ਚ ਕਰਦੇ ਆ, ਤੇ ਇਹੀ ਕੰਮ ਆਪਾਂ ਆਪਣੇ ਘਰੇ ਕਿਉਂ ਨਹੀਂ ਕਰਦੇ? ਇੱਕ ਪੱਖ ਬਣ ਗਿਆ ਨਾ, ਜਿਹੜੀ ਇੱਥੇ ਸੇਵਾ ਕਰਦੇ ਆ ਘਰੇ ਨਹੀਂ ਕਰਦਾ ਕੋਈ। ਹਾਂ, ਜੇ ਕੋਈ ਕਰਦਾ ਤਾਂ ਵਡਭਾਗਾ। ਭਾਵ ਕੀ ਹੈ, ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਦੀ ਸੇਵਾ ਨੂੰ ਬੁੱਝ ਗਏ, ਸੇਵਾ ਦਾ ਕਨਸੈਪਟ ਬੁੱਝ ਗਏ, ਤੇ ਗੁਰੂ ਦੀ ਸੇਵਾ ਨਿਰਮਲ ਕਿਵੇਂ ਕਰਦੀ ਆ, ਇਸ ਗੱਲ ਨੂੰ ਬੁੱਝ ਲਿਆ, ਬਸ ਜ਼ਿੰਦਗੀ ਸਫਲ ਹੈ। ਆਹੀ ਗੱਲ ਆ ਗਈ। ਪਾਤਸ਼ਾਹ ਜੀ ਕਹਿੰਦੇ ਨਿਰਮਲ ਇਸੇ ਕਰਕੇ ਆ ਕਿਉਂਕਿ ਉਹ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ 'ਚ ਲੈ ਕੇ ਆ, ਤੇ ਤੇਰੇ ਜੀਵਨ 'ਚੋਂ ਰੱਬ ਦੇ ਗੁਣ ਆ ਗਏ ਤੇ ਤੇਰਾ ਜੀਵਨ ਵੀ ਭਾਈ ਨਿਰਮਲ ਹੋ ਜਾਵੇਗਾ। ਸਰੀਰ ਧੋਣ ਦੇ ਨਾਲ ਨਿਰਮਲ ਨਹੀਂ ਹੁੰਦਾ, ਗੁਣ ਪੈਦਾ ਕਰਨ ਦੇ ਨਾਲ ਸਾਡਾ ਜੀਵਨ ਨਿਰਮਲ ਹੋ ਜਾਂਦਾ ਹੈ। ਤਾਂ ਕਿ ਨਿਰਮਲ ਸੇਵ। ਫਿਰ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਤੇਰਾ ਜੀਵਨ ਨਿਰਮਲ ਸੇਵਾ ਦੇ ਨਾਲ ਜੁੜ ਕੇ ਨਿਰਮਲ ਬਣ ਗਿਆ ਨਾ, ਨਿਰਮਲ ਸੇਵਾ ਦੇ ਨਾਲ, ਪਵਿੱਤਰ ਸੇਵਾ ਦੇ ਨਾਲ, ਤੇ ਪਵਿੱਤਰ ਪ੍ਰਭੂ ਪਰਮਾਤਮਾ ਦੇ ਨਾਲ ਜੁੜ ਕੇ ਪਵਿੱਤਰ ਬਣ ਗਿਆ ਨਾ, ਤੇ ਕਹਿੰਦੇ ਜਦੋਂ ਪਵਿੱਤਰਤਾ ਆ ਗਈ ਤੇ ਸੋਚ ਵਧੀਆ ਬਣ ਗਈ, ਵਿਚਾਰ ਵਧੀਆ ਬਣ ਗਏ। ਆ ਸਰੀਰ ਰੂਪੀ ਇੱਕ ਬਹੁਤ ਵੱਡਾ ਇਹ ਇਉਂ ਕਹਿ ਲੋ ਸੂਬਾ ਗਾ, ਬਹੁਤ ਵੱਡਾ ਇੱਕ ਇਹ ਸਾਡੀ ਜ਼ਿੰਦਗੀ ਦੇ ਵਿੱਚ ਕਿਲਾ ਗਾ, ਬੜਾ ਵੱਡਾ। ਤੇ ਫਿਰ ਇਸ ਕਿਲੇ ਦੇ ਵਿੱਚ ਰਾਜਾ ਬੈਠ ਜਾਵੇਗਾ, ਸ਼ਬਦ ਗੁਰੂ। ਤੇ ਸ਼ਬਦ ਗੁਰੂ ਰਾਜੇ ਨੇ ਇਹਦੇ ਵਿੱਚ ਇੱਕ ਰਾਜ ਕਾਇਮ ਕਰਨਾਗਾ, ਇੱਕ ਰਾਜ ਕਾਇਮ ਕਰਨਾਗਾ। ਉਹ ਜਿਹੜਾ ਰਾਜ ਕਾਇਮ ਕਰਨਾ ਨਾ, ਉਹ ਰਾਜ ਕਾਹਦਾ ਗਾ? ਉਹ ਰਾਜ ਹੈ ਜਿਹਨੂੰ ਗੁਰਬਾਣੀ ਦੇ ਵਿੱਚ ਇੱਥੇ ਲਿਖਿਆ ਗਾ ਰਾਮ ਰਾਜ। ਵੈਸੇ ਤਾਂ ਸਾਡੀ ਸਰਕਾਰ ਆ, ਉਹ ਹਰੇਕ ਹੀ ਕਹਿੰਦੀ ਆ ਵੀ ਰਾਮ ਰਾਜ ਚਾਹੀਦਾ ਗਾ, ਪਰ ਇਹਦੀ ਪਰਿਭਾਸ਼ਾ ਕੀ ਆ ਉਹਨੂੰ ਸਮਝਣ ਤੋਂ ਆਪਾਂ ਬਹੁਤ ਪਿੱਛੇ ਆ। ਮੰਗ ਆ ਵੀ ਰਾਮ ਰਾਜ ਚਾਹੀਦਾ ਗਾ, ਉਹਦਾ ਮਤਲਬ ਕੀ ਆ, ਵਜ੍ਹਾ ਕੀ ਆ, ਕਾਰਨ ਕੀ ਆ, ਸ਼ਾਇਦ ਇਸ ਗੱਲ ਦਾ ਮੰਗਣ ਵਾਲਿਆਂ ਨੂੰ ਵੀ ਪਤਾ ਨਾ ਹੋਵੇ। ਤੇ ਨਹੀਂ ਤਾਂ ਆਪਾਂ ਨੂੰ ਪਤਾ ਵੀ ਇੱਥੇ ਦੁਨੀਆ ਦੇ ਵਿੱਚ ਇਦਾਂ ਦੇ ਰਾਜਾਂ ਦੀ ਬੜੀ ਗੱਲ ਕੀਤੀ ਜਾਂਦੀ ਹੈ, ਪਰ ਆਪਾਂ ਉਸ ਵਿਸ਼ੇ ਵੱਲ ਨਹੀਂ ਜਾਣਾ। ਮੰਗ ਕੀਤੀ ਜਾਂਦੀ ਹੈ ਨਾ, ਚਲੋ ਵਾਹਿਗੁਰੂ ਭਲਾ ਕਰੇ। ਇੱਥੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਰਾਮ ਰਾਜ ਰਾਮਦਾਸਪੁਰ ਕੀਨੇ ਗੁਰਦੇਵ। ਕਹਿੰਦੇ ਫਿਰ ਨਾ ਮੇਰੇ ਜੀਵਨ ਦੇ ਵਿੱਚ ਸ਼ਬਦ ਵਿਚਾਰ ਦੀ ਕਿਰਪਾ ਸਦਕਾ, ਗੁਰੂ ਦੀ ਕਿਰਪਾ ਸਦਕਾ ਰਾਮ ਰਾਜ ਪੈਦਾ ਹੋ ਗਿਆ। ਇੱਕ ਤਾਂ ਇਹ ਧਿਆਨ ਚ ਰੱਖਣਾਗਾ, ਰਾਮ ਮੀਨਜ ਪਰਮਾਤਮਾ, ਰਾਜ ਤੋਂ ਭਾਵ ਮੈਂ ਆਪਣੇ ਆਪ ਤੇ ਰਾਜ ਕਰ ਲਿਆ, ਆਪਣੇ ਆਪ ਤੇ ਜਦੋਂ ਆਪਣੇ ਆਪ ਤੇ ਰਾਜ ਹੋ ਗਿਆ ਨਾ, ਫਿਰ ਮੈਂ ਰਾਜਾ ਬਣਨ ਦੇ ਬਾਵਜੂਦ ਵੀ, ਰਾਜਾ ਤਾਂ ਮੈਂ ਬਣ ਗਿਆ, ਰਾਮ ਰਾਜ ਪੈਦਾ ਵੀ ਕਰ ਲਿਆ, ਚੰਗਾ ਰਾਜ। ਫਿਰ ਉਦੋਂ ਬਾਅਦ ਮੈਂ ਨਾ ਰਾਮ ਦੇ ਦਾਸਾਂ ਦਾ ਦਾਸ ਬਣ ਗਿਆ। ਆ ਮੇਰੇ ਤੇ ਕਿਰਪਾ ਹੋ ਗਈ। ਮਤਲਬ ਮੇਰੇ ਜੀਵਨ ਚ ਨਾ ਫੁੱਲ ਵਾਂਗ ਕੋਮਲਤਾ ਆ ਗਈ, ਮੁਲਾਇਮਪਣ ਆ ਗਿਆ, ਨਰਮਪਣ ਆ ਗਿਆ। ਹੁਣ ਚੇਤਾ ਰੱਖਿਓ, ਕੋਈ ਇਦਾਂ ਦਾ ਫੁੱਲ ਤੁਹਾਨੂੰ ਨਹੀਂ ਮਿਲੇਗਾ ਜਿਹੜਾ ਫੁੱਲ ਬੱਟੇ ਵਰਗਾ, ਪੱਥਰ ਵਰਗਾ ਹੋਵੇ। ਇਦਾਂ ਦਾ ਫੁੱਲ ਨਹੀਂ ਮਿਲੇਗਾ ਆਪਾਂ ਨੂੰ ਕਦੇ ਵੀ। ਜਿਹੜਾ ਫੁੱਲ ਮਿਲੂ ਨਾ, ਉਹ ਫੁੱਲ ਦਾ ਜਿਹੜਾ ਨਕਸ਼ਾ ਹੈਗਾ ਕੁਦਰਤ ਦੇ ਅਨੁਸਾਰ ਨਰਮ ਆਗਾ, ਤਸੀਰ ਉਹਦੀ ਮੁਲਾਇਮ ਆ, ਉਹ ਕੋਮਲ ਆ ਬਿਲਕੁਲ। ਤੇ ਬਹੁਤੇ ਫੁੱਲਾਂ ਦੀ ਕੁਆਲਿਟੀਆਂ ਤਾਂ ਅਜਿਹੀਆਂ ਹੁੰਦੀਆਂ, ਹੱਥ ਲਾਇਆ ਕੁਮਲਾ ਜਾਂਦੇ ਨੇਗੇ।
ਗੁਰੂ ਸਾਹਿਬ ਜੀ ਕਹਿੰਦੇ ਨਾ, ਫਿਰ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਆਪਣੇ ਤਨ ਤੇ ਰਾਜ ਕਰ ਲਿਆ, ਤੇ ਆਪਣੇ ਤਨ ਤੇ ਜਦੋਂ ਰਾਜ ਕਰ ਲਿਆ ਨਾ, ਇਸੇ ਤਨ ਤੇ ਰਾਜ ਕਰਨ ਤੋਂ ਬਾਅਦ ਮੈਂ ਮੰਨ ਲਿਆ ਵੀ ਮੇਰੇ ਜੀਵਨ ਵਿੱਚ ਰਾਮ ਰਾਜ ਸ਼ੁਰੂ ਹੋ ਗਿਆ। ਰਾਮ ਰਾਜ ਤੇ ਨਹੀਂ, ਰਾਮ ਰਾਜ ਤਾਂ ਦਸ਼ਰਥ ਦੇ ਪੁੱਤ ਨਾਲ ਜੋੜਿਆ ਹੋਇਆ ਹੈਗਾ, ਸੀਤਾ ਦੇ ਘਰ ਵਾਲੇ ਨਾਲ, ਉਹਦੇ ਨਾਲ ਜੋੜੀ ਵੀ ਆ ਕਹਾਣੀ। ਚਲੋ ਆਪਾਂ ਉਸ ਕਹਾਣੀ ਵੱਲ ਨਹੀਂ ਜਾਣਾਗਾ, ਉਹ ਤੁਸੀਂ ਸਾਰਾ ਇਸ ਗੱਲ ਨੂੰ ਸਮਝਦੇ ਹੋਗੇ ਵੀ ਕਿੱਦਾਂ ਕਿੱਦਾਂ ਉਹਨਾਂ ਦਾ ਜਿਹੜਾ ਜੀਵਨ ਹੈਗਾ ਉਹ ਉੱਥੇ ਬਿਆਨ ਕੀਤਾ ਹੋਇਆ ਹੈਗਾ ਵਾਲਮੀਕ ਰਿਸ਼ੀ ਵੱਲੋਂ ਲਿਖੀ ਹੋਈ ਰਮਾਇਣ ਦੇ ਵਿੱਚ। ਉਹ ਤੁਸੀਂ ਸਾਰਿਆਂ ਨੇ ਪੜ੍ਹੀ ਸੁਣੀ ਜਾਂ ਏਦਾਂ ਮਿਥਿਹਾਸਕ ਕਹਾਣੀਆਂ ਧਿਆਨ ਚ ਹੋਣਗੀਆਂ। ਪਰ ਇੱਥੇ ਰਾਮ ਰਾਜ ਤੋਂ ਭਾਵ ਹੈ ਵੀ ਮੇਰੇ ਜੀਵਨ ਵਿੱਚ ਨਾ ਪ੍ਰਭੂ ਪਰਮਾਤਮਾ ਨੇ ਪਹਿਲੀ ਤੁਕ ਦੇ ਵਿੱਚ ਤੇ ਆਖਿਆ ਹੈਗਾ ਗੁਣ ਪੈਦਾ ਕਰਤੇ, ਤੇ ਉਹਦੀ ਮੈਂ ਨਿਰਮਲ ਸੇਵਾ ਵਿੱਚ ਜੁੜ ਗਿਆ। ਆਪਾਂ ਲੜੀ ਜੋੜਨੀ ਹੈ ਨਾ, ਜਦੋਂ ਮੈਂ ਉਹਦੀ ਨਿਰਮਲ ਸੇਵਾ ਵਿੱਚ ਜੁੜ ਗਿਆ ਤੇ ਮੇਰਾ ਜੀਵਨ ਵੀ ਨਿਰਮਲ ਹੋ ਗਿਆ। ਜਦੋਂ ਮੇਰਾ ਜੀਵਨ ਨਿਰਮਲ ਹੋ ਗਿਆ ਨਾ, ਤਾਂ ਉਸ ਟਾਈਮ ਤੇ ਮੇਰੇ ਜੀਵਨ ਵਿੱਚ ਪਵਿੱਤਰਤਾ ਆ ਗਈ, ਮੇਰੇ ਅੰਦਰ ਕਹਿ ਲੋ ਸਰੀਰ ਵਿੱਚ ਪਵਿੱਤਰਤਾ। ਹੁਣ ਮੇਰੇ ਇਸ ਸਰੀਰ ਰੂਪੀ ਘਰ ਨੂੰ, ਸਰੀਰ ਰੂਪੀ ਸ਼ਹਿਰ ਨੂੰ ਪਵਿੱਤਰਤਾ ਦਾ ਦਰਜਾ ਮਿਲ ਗਿਆ। ਜਦੋਂ ਪਵਿੱਤਰਤਾ ਦਾ ਦਰਜਾ ਮਿਲ ਗਿਆ ਨਾ, ਤੇ ਫਿਰ ਪਵਿੱਤਰਤਾ ਦੇ ਵਿੱਚ ਹੀ ਪਰਮੇਸ਼ਰ ਪਰਮਾਤਮਾ ਪ੍ਰਵੇਸ਼ ਹੁੰਦਾ। ਮੇਰੇ ਜੀਵਨ 'ਚ ਰੱਬ ਦਾ ਰਾਜ ਪੈਦਾ ਹੋ ਗਿਆ, ਪਰਮਾਤਮਾ ਦਾ ਰਾਜ, ਜਿਹਨੂੰ ਕਿਹਾ ਰਾਮ ਰਾਜ। ਫਿਰ ਅੱਗੇ ਕਿਹਾ ਹੈਗਾ, ਫਿਰ ਮੇਰੇ ਸਰੀਰ ਦਾ ਨਾਮ ਕੀ ਪੈ ਗਿਆ? ਰਾਮਦਾਸਪੁਰ। ਰਾਮਦਾਸਪੁਰ ਇਹ ਪੈ ਗਿਆ ਇਹਦਾ ਨਾਮ। ਜਿਵੇਂ ਆਪਣੇ ਸ਼ਹਿਰ ਨੇੜੀ ਆ, ਉਦਾਹਰਨ ਨਾਲ ਜੋੜ ਲਓ ਰਾਮਪੁਰਾ, ਤੇ ਜੋ ਅਰਥ ਕਰਨੇ ਹੁਣ ਤਾਂ ਬੜੇ ਵਧੀਆ ਅਰਥ ਬਣ ਜਾਣਗੇ, ਪਰ ਉਹ ਆਪਾਂ ਉਸ ਗੱਲ ਨੂੰ ਧਿਆਨ ਚ ਨਹੀਂ ਲਿਆਉਂਦੇ। ਇੱਥੇ ਲਿਖਿਆ ਰਾਮਦਾਸਪੁਰਾ। ਉਹ ਵਾਹਿਗੁਰੂ ਦੀ ਕਿਰਪਾ ਸਦਕਾ ਮੇਰਾ ਜਦੋਂ ਮੇਰੇ ਜੀਵਨ ਤੇ ਰਾਜ ਹੋ ਗਿਆ ਨਾ, ਤੇ ਜੀਵਨ ਤੇ ਰਾਜ ਕਰਨ ਦੇ ਵਿੱਚ ਗੁਰੂ ਨੇ ਕੀਤੀ ਸੀ ਮਦਦ, ਤੇ ਫਿਰ ਮੈਂ ਹੁਣ ਭਾਈ ਆਪਣੇ ਜੀਵਨ ਨੂੰ ਨਾ ਪਵਿੱਤਰ ਸ਼ਹਿਰ ਦਾ ਦਰਜਾ ਕਿਸੇ ਤੋਂ ਨਹੀਂ ਦਵਾਇਆ, ਮੈਂ ਮੇਰੇ ਗੁਰੂ ਤੋਂ ਲੈ ਲਿਆ। ਮੈਂ ਕਿਸੇ ਤੋਂ ਦਵਾਇਆ ਨਹੀਂ, ਮੈਂ ਮੇਰੇ ਗੁਰੂ ਤੋਂ ਪਵਿੱਤਰਤਾ ਦਾ ਦਰਜਾ ਲੈ ਲਿਆ। ਨਹੀਂ ਸਾਡੇ ਸੰਸਾਰ ਦੇ ਵਿੱਚ ਰੌਲੇ ਚੱਲਦੇ ਨੇ ਵੀ ਫਲਾਣੇ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ, ਅਯੁੱਧਿਆ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ, ਜਾਂ ਅਗਲੇ ਨੇ ਦੇਤਾ, ਅਗਲੇ ਦਾ ਰਾਜ ਆ, ਕੁਛ ਕਰਨ ਨਾ ਕਰਨ। ਅਸੀਂ ਰੌਲਾ ਪਾਈ ਜਾਂਦੇ ਆ ਜੀ ਸਾਡੇ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰਤਾ ਦਾ ਦਰਜਾ ਦਿੱਤਾ ਜਾਵੇ। ਉਲਟਾ ਜਿਨ੍ਹਾਂ ਨੂੰ ਅਸੀਂ ਘਰਾਂ 'ਚ ਵੜਦੇ ਆ, ਉੱਥੇ ਨਸ਼ੇ ਵਿਸ਼ੇ ਵਕਾਰ ਕਰ ਕਰਕੇ ਫੋਟੋਆਂ ਪਾ ਵਿਖਾਉਂਦੇ ਆ ਵੀ ਤੁਸੀਂ ਪਵਿੱਤਰਤਾ ਦਾ ਦਰਜਾ ਮੰਗਦੇ ਹੋ, ਅਸੀਂ ਤਾਂ ਇੱਥੇ ਗੰਦ ਪਾਵਾਂਗੇ, ਗੰਦ। ਅਗਲੇ ਦਿਖਾਉਂਦੇ ਨੇ, ਅਗਲੇ ਦਾ ਹੁਕਮ ਚੱਲਦਾ ਹੈਗਾ, ਤੇ ਹੁਕਮ ਉਹ ਸਾਡੀ ਵਜ੍ਹਾ ਕਰਕੇ ਚੱਲਦਾ, ਸਾਡੀ ਵਜ੍ਹਾ ਕਰਕੇ। ਚਲੋ ਹੁਣ ਇੱਥੇ ਗੁਰੂ ਸਾਹਿਬ ਕਹਿੰਦੇ ਬਾਕੀ ਪਿੰਡਾਂ ਨੂੰ ਤੂੰ ਛੱਡ, ਉਧਰ ਤਾਂ ਰਹਿਣ ਦੇ। ਉਹਦਾ ਇੱਕ ਆਪਣੀ ਬਾਹਰੀ ਤੌਰ ਤੇ ਦ੍ਰਿਸ਼ ਆ ਗਿਆ, ਬਾਹਰੀ ਤੌਰ ਤੇ ਤਸਵੀਰ ਆ, ਪਰ ਆਪਾਂ ਆਪਣੇ ਤਨ ਨੂੰ ਹੀ ਪਵਿੱਤਰਤਾ ਦਾ ਦਰਜਾ ਦਿਵਾਉਣਾਗਾ। ਕਿਹਦੇ ਕੋਲੋਂ? ਗੁਰੂ ਕੋਲੋਂ। ਫਿਰ ਇਹ ਤਨ ਰਾਮਦਾਸਪੁਰ ਬਣ ਸਕਦਾ, ਰਾਮਦਾਸਪੁਰ ਫਿਰ ਬਣ ਸਕਦਾ ਗਾ। ਮੰਨ ਲਵੋ ਅੱਜ ਦੀ ਪੂਰੀ ਕਥਾ ਦੀ ਵਿਚਾਰ ਦਾ ਨਿਚੋੜ, ਅਸੀਂ ਆਪਣੇ ਸਰੀਰ ਨੂੰ ਇੱਕ ਤਾਂ ਰਾਮ ਰਾਜ ਵਿੱਚ ਲੈ ਕੇ ਆਉਣਾ, ਤੇ ਦੂਜਾ ਅਸੀਂ ਇਹਨੂੰ ਰਾਮਦਾਸਪੁਰ ਬਣਾਉਣਾਗਾ, ਤੇ ਪਵਿੱਤਰਤਾ ਦਾ ਦਰਜਾ ਦਿਵਾਉਣਾਗਾ। ਇਹ ਕਾਹਦੇ ਕਰਕੇ ਹੋਵੇਗਾ ਉਹ ਆਪਾਂ ਪਹਿਲਾਂ ਪੜ੍ਹਦੇ ਆ, ਦੁਬਾਰਾ ਫਿਰ ਮੈਂ ਪੰਕਤੀ ਰਿਪੀਟ ਕਰ ਦੇਵਾਂ ਵੀ ਰਾਖਣ ਹਾਰ ਅਪਾਰ ਪ੍ਰਭ ਤਾਂ ਕੀ ਨਿਰਮਲ ਸੇਵਾ। ਜਿਹੜਾ ਪ੍ਰਭੂ ਪਰਮਾਤਮਾ ਆਪ ਨਿਰਮਲ ਹੈ, ਉਹਦੀ ਨਿਰਮਲ ਸੇਵਾ, ਉਹਦੀ ਨਿਰਮਲ ਸੇਵਾ ਵਿੱਚ ਜੁੜਿਆ ਸਾਡਾ ਜੀਵਨ ਨਿਰਮਲ ਹੋਵੇਗਾ। ਜੀਵਨ ਨਿਰਮਲ ਦੀ ਨਿਸ਼ਾਨੀ ਕੀ ਆ? ਮਨ ਦੇ ਵਿੱਚੋਂ ਵਿਕਾਰ ਖਤਮ ਹੋਣੇ। ਪਰ ਆਪਾਂ ਤੁਸੀਂ ਸਾਰਿਆਂ ਨੇ ਵੇਖਿਆ ਵਿਕਾਰ ਨਹੀਂ ਖਤਮ ਹੋਏ, ਬਾਹਰੋਂ ਅਸੀਂ ਨਿਰਮਲ ਹਾਂ, ਜਿੰਦ ਕਰਕੇ ਨਿਰਮਲ ਨਹੀਂ, ਜੀ ਕਰਕੇ ਨਿਰਮਲ ਨਹੀਂ। ਜੀ ਕਰਕੇ ਤਾਂ ਸਾਡੇ ਅੰਦਰ ਬੜੀਆਂ ਭਿਆਨਕ ਨਾ ਵਿਚਾਰਾਂ ਚੱਲਦੀਆਂ ਨੇ, ਖਤਰਨਾਕ ਵਿਚਾਰਾਂ ਚੱਲਦੀਆਂ ਨੇ। ਸੋਚ ਕੇ ਦੇਖੋ ਫਿਰ ਅਸੀਂ ਕਿਵੇਂ ਪਵਿੱਤਰ ਦਾ ਦਰਜਾ ਦੇ ਸਕਦੇ ਹਾਂ ਸਰੀਰ ਨੂੰ। ਨੰਬਰ 2 ਤੇ ਹੁਣ ਇੱਥੇ ਗੁਰੂ ਸਾਹਿਬ ਨੇ ਕੱਟਤਾ ਬਾਹਰੀ ਤੌਰ ਤੇ ਪਵਿੱਤਰਤਾ ਦੇ ਸ਼ਹਿਰ ਬਣਾਉਣ ਦੀਆਂ ਗੱਲਾਂ ਛੱਡ ਕੇ ਆਪਣੇ ਤਨ ਨੂੰ ਪਵਿੱਤਰ ਬਣਾ ਲਾ। ਬਸ ਤੂੰ ਆਪਣਾ ਤਨ ਬਣਾ ਲਿਆ, ਤੇਰੇ ਗੁਆਂਢੀ ਨੇ ਆਪਣਾ ਤਨ ਪਵਿੱਤਰ ਬਣਾ ਲਿਆ, ਤੀਜੇ ਨੇ ਆਪਣਾ ਤਨ ਪਵਿੱਤਰ ਕਰ ਲਿਆ, ਜੀਵਨ ਪਵਿੱਤਰ ਕਰ ਲਿਆ, ਪੂਰਾ ਪਿੰਡ ਪਵਿੱਤਰ ਹੋ ਜਾਊਗਾ। ਰੌਲਾ ਪਾਉਣ ਨਾਲ ਨਹੀਂ ਹੁੰਦਾ।
ਨਾ ਰੌਲਾ ਪਾਉਣ ਨਾਲ ਹੋਵੇ, ਨਾ ਬਾਹਰੀ ਤੌਰ ਤੇ ਨਾ ਜਿਵੇਂ ਆਪਾਂ ਕਹਿ ਦਿੰਦੇ ਆ ਸਾਡੇ ਪਿੰਡ ਨੂੰ, ਸਾਡੇ ਸ਼ਹਿਰ ਨੂੰ ਜੀ ਪੂਰਾ ਵਧੀਆ ਵਿਕਾਸ ਚਾਹੀਦਾ, ਪਿੰਡ ਦੇ ਵਿੱਚ ਚੰਗੇ ਚੰਗੇ ਫੁੱਲ ਲੱਗੇ ਹੋਣ, ਚੰਗੀਆਂ ਚੰਗੀਆਂ ਗਲੀਆਂ ਪੱਕੀਆਂ ਹੋਣ, ਚੰਗਾ ਸਾਰਾ ਪ੍ਰਬੰਧ ਹੋਵੇ। ਸੋਚ ਕੇ ਦੇਖੋ ਵੀ ਆਹ ਕੁਛ ਕਰਨ ਦੇ ਨਾਲ ਪਵਿੱਤਰਤਾ ਆ ਜਾਊਗੀ ਨਾ, ਪਰ ਸਾਡਾ ਧਿਆਨ ਅਗਲੇ ਨੇ ਉੱਥੇ ਹੀ ਰੋਕ ਲਿਆ, ਇੱਥੇ ਹੀ ਰੋਕ ਲਓ ਧਿਆਨ। ਤੇ ਗੁਰੂ ਸਾਹਿਬ ਕਹਿੰਦੇ ਨੇ ਭਾਵੇਂ ਵਾਰੀ ਤੌਰ ਤੇ ਵਿਕਾਸ ਬਿਲਕੁਲ ਨਾ ਹੋਵੇ, ਪਰ ਤੇਰਾ ਜੀਵਨ ਪਵਿੱਤਰ ਚਾਹੀਦਾ। ਜੇ ਜੀਵਨ ਪਵਿੱਤਰ ਆ ਨਾ ਤਾਂ ਤੇਰੀ ਬੱਲੇ ਤਾਂ ਬੱਲੇ ਬੱਲੇ ਤਾਂ ਹੋਣੀ ਆ, ਤਾਂ ਬੱਲੇ ਬੱਲੇ ਹੋਣੀ ਆ। ਜਿਵੇਂ ਆਪਾਂ ਕੁਝ ਦਿਨ ਪਹਿਲਾਂ ਸੁਣਿਆ ਸੀ ਨਾ, ਦੁਬਾਰਾ ਫਿਰ ਮੈਂ ਹਿੰਟ ਦੇ ਦੇਵਾਂ, ਨੇਪਾਲ ਦੇ ਵਿੱਚ ਇੱਕ ਪਿੰਡ ਆ ਜਿਹਦਾ ਨਾਂ ਆ ਸਿੱਖਣਪੁਰਾ, ਤੇ ਸਿੱਖਣਪੁਰਾ ਦੇ ਜਿਹੜੇ ਲੋਕ ਨੇ ਅੱਜ ਵੀ ਉਹਨਾਂ ਦਾ ਨਾਮ ਆ ਰਿਹਾ ਗਾ। ਇੱਕ ਤਾਂ ਉਹ ਇਮਾਨਦਾਰ ਬਹੁਤ ਨੇ, ਉਹਨਾਂ ਦੇ ਜੀਵਨ 'ਚ ਮੈਲ ਨਹੀਂ ਹੈ, ਹਨ ਗਰੀਬ ਤੇ ਇੱਕ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਕੀਤੀ ਹੋਈ ਸਿੱਖੀ ਨੂੰ ਸੰਭਾਲਿਆ ਹੋਇਆਗਾ। ਪਿੰਡ ਗਰੀਬ ਆ ਪਰ ਚੇਤਾ ਰੱਖਿਓ ਹੈ ਨੇਪਾਲ ਦਾ ਹਿੱਸਾ, ਪਰ ਹੈ ਕਿ ਹਨ ਉਹ ਲੋਕ ਇਮਾਨਦਾਰ, ਕਿਰਤੀ ਤੇ ਹਨ ਸਿੱਖ। ਸਾਰੇ ਸਿੱਖ ਨੇ ਵਾਢੇ ਨਾ, ਇੱਕ ਵੀ ਤੁਹਾਨੂੰ ਨਸ਼ੇ ਵਾਲਾ ਤੇ ਇੱਕ ਵੀ ਤੁਹਾਨੂੰ ਭਾਵ ਜਿਹੜੀ ਰਿਪੋਰਟ ਉਹਦੀ ਆਉਂਦੀ ਹੈ ਨਾ ਤੇ ਤੁਹਾਨੂੰ ਪਤਤ ਪੁਣੇ ਵਿੱਚ ਗਿਰਿਆ ਹੋਇਆ ਬੰਦਾ ਨਹੀਂ ਮਿਲੇ, ਇੱਕ ਵੀ। ਇਹਨੂੰ ਕਹਿੰਦੇ ਆ ਪਵਿੱਤਰਤਾ ਦਾ ਦਰਜਾ। ਤੇ ਇੱਥੇ ਸਾਡੇ ਸਮਾਜ ਵਿੱਚ ਕੀ ਹਾਲਾਤ ਨੇ ਆਪਾਂ ਵੇਖ ਸਕਦੇ ਹਾਂ। ਚਲੋ ਵਾਹਿਗੁਰੂ ਭਲਾ ਕਰੇ। ਫਿਰ ਇੱਥੇ ਦੂਜਾ ਪੁਆਇੰਟ ਆਪਾਂ ਅਰਦਾਸ ਦੇ ਵਿੱਚ ਰੋਜ਼ ਬੋਲਦੇ ਆਂ, ਰਾਜ ਕਰੇਗਾ ਖਾਲਸਾ। ਕਦੇ ਸੋਚ ਕੇ ਵੇਖਿਓ ਜਾਂ ਇਸੇ ਪੁਆਇੰਟ ਤੇ ਵਿਚਾਰ ਕਰਕੇ ਖੁਦ ਹੀ ਦੇਖਿਓ ਵੀ ਸਾਡਾ ਰਾਜ ਹੋ ਗਿਆ? ਨਾ, ਸਾਡਾ ਰਾਜ ਹੋਇਆ ਨਹੀਂਗਾ। ਨਾ ਹੀ ਸ਼ਾਇਦ ਉਹ ਦਿਨ ਆਵੇ ਵੀ ਜਿਸ ਦਿਨ ਅਸੀਂ ਸਮਾਜ ਤੇ ਰਾਜ ਕਰ ਲਵਾਂਗੇ, ਕਿਉਂਕਿ ਸਮਾਜ ਦਾ ਢਾਂਚਾ ਹੀ ਇਦਾਂ ਦਾ ਨਾ, ਵੋਟ ਰਾਜ ਆ ਇੱਥੇ। ਤੇ ਵੋਟ ਰਾਜ ਦੇ ਵਿੱਚ ਆਪਣੀਆਂ ਵੋਟਾਂ ਗਿਣ ਲਓ ਕਿੰਨੀਆਂ, ਕਿ ਜਿੰਨੀਆਂ ਹੈਗੀਆਂ ਨੇ ਉਹ 4-5 ਥਾਂ ਹੀ ਜਾਣਗੀਆਂ। ਜੇ ਇੱਕ ਟੱਬਰ ਦੀਆਂ 4 ਵੋਟਾਂ ਨੇ, ਚਾਰੇ ਇਕੱਲੇ ਥਾਂ ਤੇ ਜਾਣਗੀਆਂ। ਚਲੋ ਮੇਰਾ ਮਕਸਦ ਇਹ ਨਹੀਂ ਵੀ ਵੋਟਾਂ ਪਾਉਣੀਆਂ ਆਪਾਂ, ਮਕਸਦ ਇਹ ਆ ਵੀ ਸਾਡਾ ਚਾਰਾਂ ਦਾ ਮੂੰਹ ਅੱਡ ਵੱਡਾ ਗਾ। ਇੱਕ ਪਿੰਡ ਦਾ ਮੂੰਹ ਤਾਂ ਅੱਡ ਹੋਣਾ ਹੀ ਹੋਣਾਗਾ। ਲੰਘ ਜੂ ਇੱਕ ਪਿੰਡ ਇੱਕ ਮੋਰੀ ਉੱਚੀ ਦੀ, ਪੂਰੀ ਸੰਗਤ ਲੰਘ ਜੂ ਨਾ। ਇੱਥੇ ਅੰਕੜੇ ਕੱਢ ਲਓ ਵੀ ਆਪਾਂ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਕੰਮ ਕਰਨਾਗਾ। ਭਾਵ ਕੁਝ ਕੁ ਗਿਣਤੀ ਦੇ ਵਿਅਕਤੀ ਹੋਣਗੇ, ਗਿਣਤੀ ਦੀ ਭੈਣਾਂ ਵੀਰ ਹੋਣਗੇ, ਸਾਰੇ ਨਹੀਂ ਹੋਣਗੇ। ਚਲੋ ਵਾਹਿਗੁਰੂ ਭਲਾ ਕਰੇ। ਗੱਲ ਆ ਗਈ ਰਾਜ ਕਰੇਗਾ ਖਾਲਸਾ, ਪਰ ਉਹ ਗੁਰੂ ਸਾਹਿਬ ਨੇ ਕਿਵੇਂ, ਕਿਹੜੀ ਗੱਲ ਦੇ ਸੰਬੰਧ ਵਿੱਚ ਗੱਲ ਲਿਖੀ ਆ ਜਾਂ ਸਮਝਾਈ ਆ ਸਾਨੂੰ? ਉਹ ਆਪਣੇ ਆਪ ਤੇ ਹੀ ਰਾਜ ਕਰਨਾਗਾ। ਸਾਡੀਆਂ ਅੱਖਾਂ ਤੇ ਸਾਥੋਂ ਰਾਜ ਨਹੀਂ ਹੋਇਆ, ਸਾਡੀ ਜ਼ੁਬਾਨ ਤੇ ਸਾਥੋਂ ਰਾਜ ਨਹੀਂ ਹੋਇਆ, ਸਾਡੇ ਕੰਨਾਂ ਤੇ ਸਾਥੋਂ ਰਾਜ ਨਹੀਂ ਹੋਇਆ, ਸਾਡੇ ਹੱਥਾਂ ਤੇ ਸਾਥੋਂ ਰਾਜ ਨਹੀਂ ਹੋਇਆ, ਸਾਡੇ ਪੈਰਾਂ ਤੇ ਸਾਥੋਂ ਰਾਜ ਨਹੀਂ ਹੋਇਆ। ਤੇ ਰਾਜ ਕਰੇਗਾ ਖਾਲਸਾ ਦਾ ਕਨਸੈਪਟ ਕਿਵੇਂ ਸਮਝਾਂਗੇ ਆਪਾਂ? ਬਾਹਰੀ ਤੌਰ ਤੇ ਨਾਰੇ ਲਾਈ ਜਾਂਦੇ ਆ ਖਾਲਸੇ ਦਾ ਰਾਜ ਆਊਗਾ, ਕਿੰਨੇ ਆਊਗਾ ਇਹ ਕੋਈ ਪਤਾ ਨਹੀਂ। ਜੇ ਆਹ ਹਾਲ ਜਾ ਰਿਹਾ ਤਾਂ ਜਮੀ ਨਹੀਂ ਆਉਂਦਾਗਾ। ਪਰ ਆਪਣੇ ਆਪ ਤੇ ਕਰਨਾਗਾ, ਆਪਣੇ ਆਪ ਤੇ ਸ਼ਾਇਦ ਬਿਰਲੀਆਂ ਰੂਹਾਂ ਨੇ ਜਿਨ੍ਹਾਂ ਦਾ ਕੀਤਾ ਹੋਇਆ, ਬਿਰਲੀਆਂ ਬਸ ਟਾਵਾਂ। ਸੋ ਵਾਹਿਗੁਰੂ ਭਲਾ ਕਰੇ। ਉਹ ਗੱਲ ਆਪਾਂ ਅਰਦਾਸ ਦੇ ਦੋਹਰੇ ਵਾਲੀ ਵਿੱਚ ਐਡ ਕਰ ਲਈ। ਵੈਸੇ ਬਹੁਤ ਵੱਡੀ ਗੱਲ ਉੱਥੇ ਬਣਨੀ ਆ, ਪਰ ਇੱਥੇ ਗੁਰੂ ਸਾਹਿਬ ਨੇ ਕਿਹਾ ਸੀਗਾ ਵੀ ਰਾਮ ਰਾਜ ਪੈਦਾ ਕਰ ਆਪਣੇ ਜੀਵਨ 'ਚ, ਬਾਹਰ ਨਹੀਂ। ਰਾਮ ਮੀਨਜ ਦਸ਼ਰਥ ਦਾ ਪੁੱਤ ਨਹੀਂ, ਪਰਮਾਤਮਾ। ਰਾਜ ਤੋਂ ਭਾਵ ਆਪਣੇ ਆਪ ਤੇ ਰਾਜ ਕਰ, ਫੇਰ ਤੇਰਾ ਜੀਵਨ ਕੀ ਬਣ ਜੂ? ਰਾਮਦਾਸਪੁਰ। ਰਾਮਦਾਸਪੁਰ ਤੋਂ ਭਾਵ ਕੀ ਆ? ਤੂੰ ਸੰਗਤਾਂ ਦਾ ਝਾੜੂ ਬਰਦਾਰ ਬਣ ਜਾਏਗਾ, ਸੰਗਤਾਂ ਦੇ ਵਿੱਚ ਨੀਵਾਂ ਹੋ ਕੇ ਰਹਿਣ ਲੱਗ ਜਾਵੇਂਗਾ। ਫਿਰ ਤੂੰ ਰਾਮ ਪਰਮਾਤਮਾ ਦੇ ਦਾਸਾਂ ਦਾ ਸੇਵਕ ਬਣ ਜਾਏਗਾ। ਇਹ ਤਾਂ ਗੱਲ ਬਾਬਾ ਨਾਨਕ ਵੀ ਕਹੀ ਜਾਂਦਾ। ਜੇ ਅਸੀਂ ਕਹਿ ਦਾਂਗੇ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ। ਬਾਬਾ ਨਾਨਕ ਕੀ ਕਹਿੰਦਾਗਾ? ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ। ਕੀ ਕਿਹਾਗਾ? ਦਾਸਨ ਦਾਸ, ਤੇਰੇ ਦਾਸਾਂ ਦਾ ਦਾਸ, ਮਤਲਬ ਤੇਰੇ ਸੇਵਕਾਂ ਦਾ ਸੇਵਕ। ਕਿੰਨਵਾਂ ਦਰਜਾ ਮਿਲ ਗਿਆ ਬਾਬੇ ਨਾਨਕ ਨੂੰ? ਇਹ ਨਹੀਂ ਕਿਹਾ ਵੀ ਮੈਂ ਸਪੈਸ਼ਲ ਤੇਰਾ ਪੀਏ ਆ, ਮੈਂ ਸਪੈਸ਼ਲ ਤੇਰਾ ਗਨਮੈਨ ਆ, ਮੈਂ ਸਪੈਸ਼ਲ ਤੇਰਾ ਦਾਸ ਆ, ਸਪੈਸ਼ਲ ਤੇਰਾ ਸੇਵਕ ਆ। ਨਾ, ਤੇਰਾ ਸੇਵਕ ਨਹੀਂ, ਤੇਰੇ ਸੇਵਕਾਂ ਦਾ ਸੇਵਕ ਮੈਂ, ਦਾਸਨ ਦਾਸ। ਤੇ ਸਾਡੀ ਰੌਲਾ ਕਾਹਦੇ ਪਿੱਛੇ ਪੈਂਦਾ? ਨਿਗਾਹ ਮਾਰ ਕੇ ਦੇਖੋ।
ਨਿਗਾਹ ਮਾਰ ਕੇ ਵੇਖੋ। ਆਪਾਂ ਚਲੋ ਕੰਪੈਰੀਜ਼ਨ ਕਰਨਾ ਇਸ ਗੱਲ ਨੂੰ। ਬਾਬਾ ਨਾਨਕ ਕਹਿੰਦਾ ਦਾਸਨ ਦਾਸ ਕਹਿ ਜਨ ਨਾਨਕ, ਨਾਨਕ ਕਹਿੰਦਾ ਮੈਂ ਤੇਰੇ ਦਾਸਾਂ ਦਾ ਦਾਸ ਹਾਂ। ਤੇ ਪੰਜਵੇਂ ਪਾਤਸ਼ਾਹ ਤਾਂ ਬੜੇ ਵਾਰੀ ਕਹਿੰਦੇ ਨੇ ਹਮ ਨਿਰਗੁਣ ਆਰੇ ਕੋ ਗੁਣ ਨਾਹੀ। ਇਹ ਕੀ ਚੀਜ਼ ਆ ਗਈ? ਇਹ ਇਦਾਂ ਨਹੀਂ ਹੈ ਵੀ ਗੁਰੂ ਚ ਗੁਣੀ ਕੋਈ ਨਹੀਂ ਹੈ, ਗੁਣ ਤਾਂ ਗੁਰੂ ਚ ਬਹੁਤ ਜ਼ਿਆਦਾ ਨੇ। ਇੱਕ ਇੱਕ ਰੋਮ ਚ ਸੈਂਕੜੇ ਗੁਣ ਆ ਗੁਰੂ ਨਾਨਕ ਪਾਤਸ਼ਾਹ ਦੇ। ਇੱਕ ਇੱਕ ਰੋਮ ਗਿਣੇ ਨਹੀਂ ਜਾ ਸਕਦੇਗੇ। ਤੇ ਜੇ ਇੱਕ ਰੋਮ ਚ ਸੈਂਕੜੇ ਗੁਣ ਨੇ ਨਾ, ਤੇ ਜੇ ਰੋਮ ਗਿਣੇ ਨਹੀਂ ਜਾਂਦੇ ਤੇ ਬਾਬੇ ਨਾਨਕ ਦੇ ਗੁਣ ਵੀ ਨਹੀਂ ਗਿਣੇ ਜਾਂਦੇ ਵੀ ਕਿੰਨੇ ਕਿੰਨੇ। ਪਰ ਇਹ ਇੱਕ ਦ੍ਰਿਸ਼ਟਾਂਤ ਦਿੱਤਾ ਗਾ ਵੀ ਨੀਵਾਂ ਹੋ ਕੇ ਰਹਿਣ ਦੀ ਆਦਤ ਪਾਲਾ, ਬਸ ਇੰਨੀ ਗੱਲ ਹੀ ਕਹੀ ਆ। ਅੱਗੇ ਪਾਤਸ਼ਾਹ ਜੀ ਫਿਰ ਜ਼ਿਕਰ ਕਰਦੇ ਨੇ, ਕਹਿੰਦੇ ਫਿਰ ਤੇਰਾ ਜੀਵਨ ਭਾਈ ਰਾਮਦਾਸ ਪੁਰ ਦੇ ਵਿੱਚ ਪ੍ਰਵੇਸ਼ ਹੋ ਜਾਵੇਗਾ। ਫਿਰ ਤੈਨੂੰ ਕਿਸੇ ਤੋਂ ਪਵਿੱਤਰਤਾ ਦਾ ਦਰਜਾ ਲੈਣ ਦੀ ਲੋੜ ਨਹੀਂ, ਤੂੰ ਆਪ ਹੀ ਪਵਿੱਤਰ ਹੋ ਜਾਏਗਾ। ਠੀਕ ਹੈ ਨਾ। ਮਤਲਬ ਆਪਾਂ ਇੱਕ ਪੰਕਤੀ ਦੀ ਵਿਆਖਿਆ ਹੁਣ ਤੱਕ ਕਰ ਲਈ। ਇਸ ਪੰਕਤੀ ਵਿੱਚੋਂ ਨਿਚੋੜ ਪੂਰਾ ਕੀ ਨਿਕਲਿਆ ਆ ਵੀ ਮਤਲਬ ਤੂੰ ਆਪਣੇ ਜੀਵਨ ਦੇ ਵਿੱਚ ਗੁਰੂ ਦੀ ਸੇਵਾ ਕਰ, ਆਪਣੇ ਘਰ ਦੀ ਕਿਰਤ ਕਰ, ਪਰਿਵਾਰ ਦੇ ਵਿੱਚ ਰਹਿ, ਪਰਿਵਾਰ ਵਿੱਚ ਰਹਿੰਦਿਆਂ ਕਿਰਤ ਕਰਦਿਆਂ ਗੁਰੂ ਦੀ ਸੇਵਾ ਕਰਦਿਆਂ ਆਪਣੇ ਜੀਵਨ ਨੂੰ ਨਿਰਮਲ ਬਣਾ ਲਾ, ਪਵਿੱਤਰ ਸੋਹਣਾ ਵਧੀਆ, ਬਾਹਰੋਂ ਨਹੀਂ ਅੰਦਰੋਂ। ਇਹਦੇ ਵਿੱਚੋਂ ਗੰਦੇ ਵਿਚਾਰ ਕੱਢ ਦੇ, ਗੰਦੇ ਵਿਚਾਰ ਕੱਢ ਦੇ ਤੇ ਵਾਹਿਗੁਰੂ ਨੇ ਤੇਰੇ ਤੇ ਬਖਸ਼ਿਸ਼ ਆਪੇ ਕਰੀ। ਬਖਸ਼ਿਸ਼ ਆਪੇ ਹੁੰਦੀ ਆ, ਵਡਿਆਈ ਲੈਣੀ ਪੈਂਦੀ ਆ। 2 ਪੁਆਇੰਟ ਨੇਗੇ। ਚਲੋ ਕੱਲੇ ਕੱਲੇ ਪੁਆਇੰਟ ਤੇ ਬਹੁਤ ਲੰਬਾ ਟਾਈਮ ਲੱਗ ਜਾਂਦਾ। ਬਖਸ਼ਿਸ਼ ਹੈ ਤਾਂ ਉਹਦਾ ਨਾਂ ਵੀ ਵਡਿਆਈ ਆ। ਬਖਸ਼ਿਸ਼ ਗੁਰੂ ਦੀ ਹੁੰਦੀ ਆ ਆਪੇ, ਤੇ ਵਡਿਆਈ ਲੈਣੀ ਪੈਂਦੀ ਆ। ਗੁਲਾਬ ਦਾ ਫੁੱਲ ਨਾ ਇੱਕ ਤਾਂ ਪਰਮਾਤਮਾ ਨੇ ਪੈਦਾ ਕੀਤਾ, ਰੱਬ ਜੀ ਨੇ ਪੈਦਾ ਕੀਤਾ, ਤੇ ਰੱਬ ਨੇ ਜਿਹੜਾ ਉਹਦਾ ਨਮੂਨਾ ਬਣਾਇਆ ਨਾ, ਨਕਸ਼ਾ ਬਣਾਇਆਗਾ, ਉਹ ਹੁਣ ਤੁਸੀਂ ਦੱਸੋ ਵੀ ਕਿਸੇ ਕਾਰੀਗਰ ਨੇ ਬਣਾਇਆਗਾ? ਆਪੇ ਬਣਿਆ ਹਨਾ, ਆਪੇ। ਉਹ ਚ ਪੱਤੀਆਂ ਗਿਣ ਕੇ ਲਾਈਆਂ ਨੇ, ਆਪੇ ਲਾਈਆਂ ਨੇ, ਕਿੰਨੀ ਲੋੜ ਸੀ ਲਾਤੀਆਂ। ਇੱਕ ਬਨੌਟੀ ਫੁੱਲ ਕਾਰੀਗਰ ਬਣਾਉਂਦਾਗਾ, ਤੇ ਕਾਰੀਗਰ ਬਣਾਉਣ ਤੋਂ ਬਾਅਦ ਦੇਖੋ ਉਹ ਫੁੱਲ ਤੇ ਤਾਂ ਬਖਸ਼ਿਸ਼ ਆਪੇ ਹੋਈ ਹੈ ਨਾ, ਆਪੇ। ਤੇ ਇੱਧਰ ਇੱਕ ਕਾਰੀਗਰ ਨੇ ਫੁੱਲ ਬਣਾਇਆਗਾ। ਕਾਰੀਗਰ ਨੇ ਫੁੱਲ ਬਣਾਉਣ ਤੋਂ ਬਾਅਦ ਲੋਕਾਂ ਨੂੰ ਦੱਸਿਆ, ਕਹਿੰਦਾ ਜੀ ਇਹ ਗੁਲਾਬ ਦਾ ਫੁੱਲ ਆ। ਉਹ ਦੱਸ ਰਿਹਾ ਗਾ, ਮਤਲਬ ਬਖਸ਼ਿਸ਼ ਆਪੇ, ਤੇ ਜਿਹੜਾ ਦੱਸ ਰਿਹਾ ਗਾ ਉਹ ਵਡਿਆਈ ਕਰ ਰਿਹਾ ਗਾ ਜਾਂ ਕਰਵਾ ਰਿਹਾ ਗਾ, ਤੇ ਵਡਿਆਈ ਕਰਵਾਉਣੀ ਪੈਂਦੀ ਆ। ਤੇ ਅੱਜ ਸਾਡੀ ਦੁਨੀਆ ਨੂੰ ਇਹ ਵੀ ਬਹੁਤ ਬਿਮਾਰੀ ਹੈ ਜਿਹੜੀ ਉਹ ਪੈ ਚੁੱਕੀ ਆ। ਵੈਸੇ ਗੁਰੂ ਦੇ ਸਿੱਖ ਨੂੰ ਇਹ ਬਿਮਾਰੀ ਨਹੀਂ ਹੁੰਦੀ। ਗੁਰੂ ਦਾ ਸਿੱਖ ਤਾਂ ਗੁਲਾਬ ਦੇ ਫੁੱਲ ਵਾਂਗੂ ਨਾ ਰੱਬ ਦੀ ਰਜ਼ਾ ਵਿੱਚ ਖਿੜਦਾ ਗਾ, ਰੱਬ ਦੀ ਰਜ਼ਾ ਵਿੱਚ ਕੰਮ ਕਰਦਾ। ਜੋ ਵੀ ਕੰਮ ਨੇ ਪਰਮਾਤਮਾ ਦੇ ਹੁਕਮ ਵਿੱਚ, ਰੱਬ ਦੇ ਭਾਣੇ ਵਿੱਚ ਕੰਮ ਕਰਦਾ। ਤੇ ਨਾਮਣਾ ਮੀਨਜ਼ ਵਡਿਆਈ। ਵਡਿਆਈ ਗੁਰੂ ਸਾਹਿਬ ਬਖਸ਼ਿਸ਼ ਆਪੇ ਕਰ ਦਿੰਦੇ ਨੇ। ਮਰਦਾਨੇ ਨੇ ਕਿਹੜਾ ਬਖਸ਼ਿਸ਼ ਵਡਿਆਈ ਜਾ ਕੇ ਗੁਰੂ ਨਾਨਕ ਸਾਹਿਬ ਤੋਂ ਮੰਗੀ ਸੀ? ਉਹਦਾ ਸੁਭਾਅ ਦੇਖ ਕੇ ਗੁਰੂ ਸਾਹਿਬ ਵਾਗੇ ਕੋਲੇ ਤੇ ਵਡਿਆਈ ਮਿਲ ਗਈ। ਅੱਜ ਸਾਰੀ ਧੰਨ ਪਾ ਕੇ ਨੇ ਆਪਾਂ ਵੀ ਬਾਬਾ ਮਰਦਾਨਾ ਜੀ ਬੜੇ ਚੰਗੇ ਨੇ। ਤੇ ਹੁਣ ਭਾਈ ਲਾਲੋ ਨੇ ਕਿਹੜਾ ਵਡਿਆਈ ਜਾ ਕੇ ਮੰਗੀ ਹੈਗੀ ਵੀ ਮੇਰੀ ਸਪੈਸ਼ਲ ਵਡਿਆਈ ਕਰਨ ਆਈ ਮੇਰੇ ਘਰੇ? ਕਿਹਾ ਨਹੀਂ ਨਾ। ਭਾਈ ਭਗੀਰਥ ਨੇ ਕਿਹੜਾ ਵਡਿਆਈ ਜਾ ਕੇ ਮੰਗੀ ਆ ਵੀ ਮੈਨੂੰ ਥੋੜੀ ਜਿਹੀ ਵਡਿਆਈ ਚਾਹੀਦੀ ਹੈ, ਵਡਿਆਈ ਦੇ ਦੇ। ਮੈਂ ਦੇਖਾ ਆ ਵੀ ਚੰਗਾ ਕੰਮ ਕਰਦਾ, ਆ ਵੀ ਕਰਦਾ, ਆ ਵੀ ਕਰਦਾ, ਮੈਂ ਲੋਕਾਂ ਨੂੰ ਦੱਸਦਾ। ਕੀ ਆ ਦੱਸਦੇ ਵੀ ਸੁਲਤਾਨਪੁਰ ਲੋਧੀ ਦੇ ਏਰੀਏ 'ਚ ਤੇ ਮਨਸੁਖ ਲਾਹੌਰ ਦਾ ਗਾ, ਉਹਨੇ ਕਿਹੜਾ ਵਡਿਆਈ ਮੰਗੀ ਆ? ਆਪੇ ਬਖਸ਼ਿਸ਼ ਕੀਤੀ ਹੈ। ਬਖਸ਼ਿਸ਼ ਆਪੇ ਹੁੰਦੀ ਆ, ਵਡਿਆਈ ਲੈਣੀ ਪੈਂਦੀ ਆ। 2 ਪੁਆਇੰਟ ਨੇਗੇ। ਕੰਮ ਕਰਦੇ ਜਾਓ ਬਖਸ਼ਿਸ਼ ਹੋ ਜਾਊਗੀ, ਤੇ ਵਡਿਆਈ ਅਖਬਾਰਾਂ ਤੇ ਫੋਟੋਆਂ ਲਵਾ ਦੇਣੀ ਪੈਂਦੀ ਆ। ਦੇ ਕੇ ਨਾ 5-4 ਹਜ਼ਾਰ ਰੁਪਈਆ ਮੇਰੇ ਅੱਗਾ ਨਾ, ਉਹ ਵੀ ਇਕੱਠੇ ਕਰਕੇ ਦੇਣੇ ਪੈਂਦੇ ਨੇ। ਭੁੱਖ ਨੰਗ ਜੀ ਵੀ ਦਿਖਾਉਣੀ ਪੈਂਦੀ ਹੈ, ਕੋਈ ਏਡੀ ਖਾਸ ਗੱਲ ਵੀ ਨਹੀਂ ਹੁੰਦੀਗੀ। ਸਮਝਦੇ ਆ ਨਾ। ਫਿਰ ਖਿੱਲੀ ਡਾਉਂਦੇ ਨੇ, ਫਲਾਨਿਆਂ ਦੀ ਮਦਦ ਕਰਤੀ ਅਸੀਂ। ਇੱਕ ਤਾਂ ਅਲੱਗ ਵਿਸ਼ਾ ਗਾ, ਮਤਲਬ ਗੁਰੂ ਤੁਸੀਂ ਕੰਮ ਕਰੋ, ਗੁਰੂ ਨੇ ਬਖਸ਼ਿਸ਼ ਕਰਨੀ ਆਪੇ ਕਰੂ ਉਹ, ਤੇ ਕਰਦਾ ਵੀ ਹੈ। ਮੇਰਾ ਤਜਰਬਾ ਗਾ, ਪ੍ਰਵਾਹ ਨਾ ਮੰਨੋ, ਕੰਮ ਕਰਦੇ ਜਾਓ, ਗੁਰੂ ਬਖਸ਼ਿਸ਼ ਕਰੂਗਾ। ਜਿਹੜਾ ਕਹਿੰਦਾ ਨਾ ਵੀ ਗੁਰੂ ਬਖਸ਼ਿਸ਼ ਨਹੀਂ ਕਰਦਾਗਾ, ਇਹ ਰੱਬ ਦੇ ਪਿਆਰਿਆਂ ਨੂੰ ਪੁੱਛ ਕੇ ਵੇਖੋ ਵੀ ਬਖਸ਼ਿਸ਼ ਕਰਦਾ ਕਿ ਨਹੀਂ ਕਰਦਾ। ਇੱਕ ਤਰਲੇ ਮਿੰਤਾ ਕਰਕੇ ਆਪਦੇ ਘਰੇ ਰੋਟੀ ਬਣਦਾ ਫਿਕਰ ਹੁੰਦਾ ਬਣੂ ਕਿ ਨਾ ਬਣੂ। ਸ਼ਾਮ ਨੂੰ ਆਟਾ 5-7 ਘਰਾਂ ਤੋਂ ਮੰਗ ਕੇ ਲਿਆਉਣੇ ਆਂਗੇ। ਮਾਫ ਕਰਨਾ, ਮੇਰਾ ਪੱਖ ਕੀ ਆ? ਵਡਿਆਈ ਦੀ ਭੁੱਖ।
ਵੀ ਕੀ ਆ ਕੁਝ ਮਿਲ ਜੇ ਕਿਤੋਂ, ਪਰ ਹੁਣ ਤੱਕ ਮਿਲਿਆ ਕਿਤੋਂ ਨਹੀਂ, ਕੁਝ ਮਿਲਣਾ ਇਦੋਂ ਬਾਅਦ ਵੀ ਨਹੀਂ, ਮਿਲਣਾ ਇਦੋਂ ਬਾਅਦ ਵੀ ਨਹੀਂ ਹੈ। ਭਾਵ ਕੀ ਆ, ਗੁਲਾਬ ਦਾ ਫੁੱਲ ਪਾਸ ਉਹੀ ਹੈ ਜਿਹੜਾ ਰੱਬ ਨੇ ਪੈਦਾ ਕੀਤਾ, ਜਿਹੜਾ ਬੰਦੇ ਨੇ ਬਣਾ ਕੇ ਲੋਕਾਂ ਦੇ ਵਿੱਚ ਪ੍ਰਮੋਟ ਕੀਤਾ ਨਾ, ਉਹ ਪਾਸ ਨਹੀਂ ਹੈ। ਉਹਦੀ ਮਨਿਆਦਤਾ ਵਿਚਾਰੇ ਦੀ ਥੋੜੇ ਟਾਈਮ ਦੀ ਕੋਈ ਆ, ਹਨਾ ਨਾ ਉਹ ਤੇ ਆ ਕੇ ਮੱਖੀ ਬੈਠੇ। ਹੁਣ ਗੁਲਾਬ ਦੇ ਫੁੱਲ ਦੀ ਵਿੜਾਈ ਕਿਸ ਗੱਲ 'ਚ ਆ, ਉਹਦੇ ਕੋਲੇ ਭੌਰਾ ਆਪੇ ਆਉਂਦਾ ਹੈਗਾ, ਤੇ ਇਧਰਲੇ ਕੋਲੇ ਭੌਰਾ ਹੀ ਨਹੀਂਗਾ, ਭੌਰਾ ਆਇਆ ਨਹੀਂ ਨਾ। ਇਸੇ ਕਰਕੇ ਗੁਰੂ ਸਾਹਿਬ ਨੇ ਕਹਿਤਾ, ਕੰਮ ਕਰ, ਸੇਵਾ ਕਰ, ਕਿਰਤ ਕਰ, ਵਡਿਆਈ ਆਪੇ ਮਿਲੂਗੀ। ਭਾਈ ਭਗੀਰਥ ਨੇ ਕਿਹਾ ਵਡਿਆਈ ਮੰਗੀ ਸੀ ਆ ਕਿ ਆਪੇ ਮਿਲੀ। ਚਲੋ ਆਪਣੀ ਗੱਲ ਨਿਕਲ ਆਈ ਵੀ ਆਪਾਂ ਆਪਣੇ ਆਪ ਨੂੰ ਪਵਿੱਤਰਤਾ ਦਾ ਦਰਜਾ ਦਿਵਾਉਣਾ, ਚੰਗਾ ਚੰਗਿਆਈ ਦਾ ਦਰਜਾ ਦਿਵਾਉਣਾ। ਐਂ ਅਖਬਾਰਾਂ ਤੇ ਫੋਟੋਆਂ ਸੋਸ਼ਲ ਮੀਡੀਆ ਤੇ ਪਾ ਕੇ ਭਾਵ ਦਰਜਾ ਨਹੀਂ ਮਿਲਦਾਗਾ, ਮਾਫ ਕਰਨਾ, ਠੀਕ ਹੈ ਨਾ। ਇਦਾਂ ਭਾਵ ਕੀ ਹੈ, ਸਾਡੇ ਜੀਵਨ ਦੇ ਵਿੱਚ ਇਹ ਵੀ ਸਾਨੂੰ ਇੱਕ ਬਿਮਾਰੀ ਲੱਗੀ ਹੋਈ ਆ। ਤੇ ਗੁਰੂ ਸਾਹਿਬ ਕਹਿੰਦਾ, ਨਾਨਕ ਦਾਸ ਕਹਿ ਰਿਹਾ, ਮੈਂ ਤੇਰੇ ਸੇਵਕਾਂ ਦਾ ਸੇਵਕਾ, ਤੇ ਮੈਨੂੰ ਮਾਲਕ ਜੀਓ ਤੂੰ ਆਪ ਹੀ ਪਵਿੱਤਰਤਾ ਦਾ, ਨਿਰਮਲਤਾ ਦਾ, ਚੰਗਿਆਈ ਦਾ, ਵਡਿਆਈ ਦਾ ਆਪ ਹੀ ਦਰਜਾ ਦੇ। ਹੈ ਤਾਂ ਦੇ ਦੇ, ਨਹੀਂ ਹੈ ਤਾਂ ਰਹਿਣ ਦੇ, ਮੈਂ ਮੰਗਦਾ ਨਹੀਂ, ਠੀਕ ਹੈ ਨਾ। ਚਲੋ ਫਿਰ ਪਾਤਸ਼ਾਹ ਜ਼ਿਕਰ ਕਰਦੇ ਨੇ, ਕਹਿੰਦੇ ਰਾਮ ਰਾਜ ਰਾਮਦਾਸਪੁਰ ਕੀਨੇ ਤੋਂ ਭਾਵ ਕਰਤਾ, ਕਿਹਨੇ ਕਰਤਾ, ਗੁਰਦੇਵ ਨੇ। ਕਿਹੜੇ ਗੁਰਦੇਵ ਨੇ, ਪਰਮਾਤਮਾ ਨੇ। ਗੁਰ ਦਾ ਭਾਵ ਗੁਰੂ, ਦੇਵ ਦਾ ਭਾਵ ਦੇਵਤੇ ਨੇ। ਦੇਵਤਾ ਕੌਣ ਆ, ਸਾਡਾ ਗੁਰੂ ਬਹੁਤ ਵੱਡਾ ਦੇਵਤਾ, ਉਹਨੇ ਸਾਡੇ ਤੇ ਭਾਈ ਬਖਸ਼ਿਸ਼ ਕਰਤੀ, ਬਖਸ਼ਿਸ਼ ਉਹਨੇ ਕਰਤੀ, ਠੀਕ ਹੈ ਨਾ। ਅੱਗੇ ਚਰਨ ਕਮਲ ਕਾ ਆਸਰਾ ਦੀਨੋ ਪ੍ਰਭ ਆਪ, ਚਰਨ ਕਮਲ ਕਾ ਆਸਰਾ, ਮੈਂ ਆਪਣੇ ਜੀਵਨ 'ਚ ਗੁਰੂ ਨੂੰ ਹੀ ਚਰਨ ਕਮਲਾਂ ਦਾ ਆਸਰਾ ਮੰਨਦਾ। ਚਰਨ ਕਮਲ ਕਾ ਆਸਰਾ, ਮੇਰਾ ਸਹਾਰਾ ਕੌਣ ਆ, ਗੁਰੂ। ਵਿਸ਼ਵਾਸ ਹੈ, ਦੇਖੋ ਜੇ ਤਾਂ ਹੈ ਫਿਰ ਤਾਂ ਵਧਾਈ ਦੇ ਯੋਗ ਆਪਾਂ, ਜੇ ਨਹੀਂ ਹੈਗੇ ਤਾਂ ਬਸ ਹੱਥ ਜੋੜ ਕੇ ਬੇਨਤੀ ਹੈ ਵੀ ਗੁਰੂ ਤੇ ਜ਼ਰੂਰ ਵਿਸ਼ਵਾਸ ਕਰੀਏ। ਬਸ ਇਹਦੇ ਕੋਲੇ ਬਹੁਤ ਵੱਡੀ ਤਾਕਤ ਆ, ਥੋੜੀ ਤਾਕਤ ਨਹੀਂ ਹੈ। ਚਰਨ ਕਮਲ ਕਾ ਆਸਰਾ ਦੀਨੋ ਪ੍ਰਭ ਆਪ। ਅੱਗੇ ਪਾਤਸ਼ਾਹ ਜੀ ਕਹਿੰਦੇ, ਪ੍ਰਭ ਸ਼ਰਨਾਗਤ ਜਨ ਪਰੈ ਤਾਂ ਕਾ ਸਦ ਪ੍ਰਤਾਪ। ਜਿਹਨੇ ਆਪਣੀ ਪਿੱਛੇ ਗੱਲ ਚੱਲੀ ਜਾਂਦੀ ਸੀ, ਉਹਨਾਂ ਲੜੀ ਜੋੜ ਦਿਓ ਨਾਲ, ਮਤਲਬ ਕਿ ਨਾ ਜੋੜ ਲਾ ਲਿਓ ਆਪੇ। ਜਿਹਨੂੰ ਭਾਵ ਬਖਸ਼ਿਸ਼ ਹੁੰਦੀ ਆ, ਵਡਿਆਈ ਮਿਲਦੀ ਆ, ਸੁਗੰਧੀ ਮਿਲਦੀ ਆ, ਗੁਣਾਂ ਦਾ ਭਾਵ ਅੰਦਰ ਪ੍ਰਵੇਸ਼ ਹੋ ਜਾਣਾ, ਰਾਮ ਰਾਜ ਦੀ ਪ੍ਰਾਪਤੀ ਹੋ ਗਈ। ਫਿਰ ਪਾਤਸ਼ਾਹ ਜੀ ਕਹਿੰਦੇ, ਇਹ ਰਾਮ ਰਾਜ ਦੀ ਪ੍ਰਾਪਤੀ ਤੋਂ ਬਾਅਦ ਨਾ, ਵਡਿਆਈ ਤੋਂ ਬਾਅਦ ਤੇਰੇ ਜੀਵਨ ਵਿੱਚ ਇੱਕ ਖਾਸ ਗੁਣ ਹੋਰ ਪੈਦਾ ਹੋਣਾ। ਖਾਸ ਗੁਣ ਉਹ ਕਿਹੜਾ, ਗੁਰੂ ਦਾ ਪ੍ਰਤਾਪ ਬਹੁਤ ਤੇਜ਼ ਆ, ਉਹਦਾ ਪਰਮਾਤਮਾ ਦਾ ਪ੍ਰਤਾਪ ਕਹਿ ਲੋ ਬੜਾ ਹੀ ਤੇਜ਼ ਆ। ਜਿਹਨੂੰ ਆਪਾਂ ਕਹਿੰਦੇ ਆ ਫਲਾਣੇ ਬੰਦੇ ਦਾ ਤਪ ਤੇਜ ਬਹੁਤ ਆ, ਤਪ ਤੇਜ, ਇਹਦਾ ਮਤਲਬ ਕੀ ਬਣ ਗਿਆ, ਪ੍ਰਤਾਪ। ਪ੍ਰਤਾਪ ਮੀਨਜ ਉਹਦੇ ਜੀਵਨ 'ਚ ਖਾਸੀਅਤ ਆ। ਕੀ ਖਾਸੀਅਤ ਆ, ਦੁਨੀਆ 'ਚੋਂ ਸਟਾਰ ਆ, ਚਮਕਦਾ ਭਾਈ, ਚਮਕਦਾਗਾ। ਤੇ ਚਮਕ ਵਾਸਤੇ ਠੇਡੇ ਖਾਣੇ ਪੈਂਦੇ ਆ, ਹਨਾ, ਠੇਡੇ ਖਾਣੇ ਪੈਂਦੇ ਨਾ ਚਮਕ ਪੈਦਾ ਕਰਨ ਵਾਸਤੇ। ਹੀਰੇ ਆ ਵਿਚਾਰੇ, ਉਹਨਾਂ ਨੂੰ ਕਿੰਨੀ ਮੁਸ਼ੱਕਤ ਘੱਲਣੀ ਪੈਂਦੀ ਹੈ। ਚਲੋ ਗੁਰੂ ਸਾਹਿਬ ਜੀ ਕਹਿੰਦੇ, ਉਹ ਪਰਮਾਤਮਾ ਵੀ ਚਮਕਦਾ, ਇੱਕ ਚਮਕਦਾਰ ਪੱਥਰ ਆ। ਉਹ ਪਰਮਾਤਮਾ ਇੱਕ ਚਮਕਦਾ ਹੋਇਆ ਹੀਰਾ ਗਾ, ਤੇ ਹੀਰੇ ਨਾਲ ਜੁੜ ਕੇ ਬੰਦਾ ਵੀ ਹੀਰਾ ਬਣ ਜਾਂਦਾ। ਪ੍ਰਤਾਪ ਉਹਦਾ ਬਹੁਤ ਜ਼ਿਆਦਾ, ਤੇ ਤੇਰਾ ਵੀ ਪ੍ਰਤਾਪ ਵੱਧ ਜਾਵੇਗਾ। ਦੇਖੋ ਸਾਡੀ ਭਾਵੇਂ ਅੱਖ ਮਰਦਾਨੇ ਨੂੰ ਤੇ ਬਾਬੇ ਨਾਨਕ ਨੂੰ ਅੱਡ ਅੱਡ ਵੇਖੇ, ਅਸੀਂ ਦੇਖਾਂਗੇ ਨਾ ਅੱਡੋ ਅੱਡ। ਮਤਲਬ ਤਲਵੰਡੀ ਦੇ ਲੋਕਾਂ ਨੇ ਮਰਦਾਨੇ ਨੂੰ ਤੇ ਬਾਬੇ ਨਾਨਕ ਨੂੰ ਦੋ ਅੱਖਾਂ ਨਾਲ ਵੇਖਿਆ, ਦੋ ਅੱਖਾਂ ਦੇ ਨਾਲ ਵੇਖਿਆਗਾ। ਬਾਬੇ ਨਾਨਕ ਨੂੰ ਤਾਂ ਮੰਨਦੇ ਨੇ ਇਹ ਪਟਵਾਰੀਆਂ ਦਾ ਪੁੱਤ ਆ, ਪਹਿਲੀ ਅੱਖ, ਤੇ ਦੂਜੀ ਅੱਖ ਇਹ ਮਰਾਸਣਾਂ ਦਾ ਪੁੱਤ ਆ। ਅੱਛਾ, ਜਿਹਦੇ ਕੋਲੇ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਗਏ, ਜਿਹਦੇ ਕੋਲੇ ਵੀ ਗਏ ਤੇ ਜਿਨ੍ਹਾਂ ਦਾ ਉਧਾਰ ਹੋ ਗਿਆ, ਜਿਨ੍ਹਾਂ ਤੇ ਬਖਸ਼ਿਸ਼ ਹੋ ਗਈ, ਉਹ ਪਹਿਲਾਂ ਵਿਚੋਲੇ ਦਾ ਧੰਨਵਾਦ ਕਰਦੇ ਆ, ਬਾਬੇ ਨਾਨਕ ਦਾ ਬਾਅਦ ਚ ਕਰਦੇ ਆ। ਸਮਝ ਗਏ ਨਾ, ਪਹਿਲਾਂ ਗੁਰੂ ਨਾਨਕ ਸਾਹਿਬ ਦਾ ਧੰਨਵਾਦ ਨਹੀਂ, ਤੇ ਬਾਬੇ ਨਾਨਕ ਨੇ ਕਿਹਾ ਵੀ ਨਹੀਂ ਮੇਰਾ ਧੰਨਵਾਦ ਪਹਿਲਾਂ ਕਰੋ। ਬਾਬਾ ਨਾਨਕ ਕਹਿੰਦਾ ਇਹਦਾ ਧੰਨਵਾਦ ਕਰੋ ਜਿਹੜਾ ਠੋਕਰਾਂ ਖਾ ਕੇ
ਗੇੜੇ ਖਾ ਕੇ ਤੁਹਾਡੇ ਤੱਕ ਪਹੁੰਚ ਕਰਵਾ ਗਿਆ। ਪਟਨੇ ਦਾ ਸਾਲਸਰਾਏ ਜੌਹਰੀ ਨੇ ਕੋਈ ਉਦਾਹਰਨ ਲੈ ਲਓ, ਸਭ ਤੋਂ ਅਮੀਰ ਪੁਰਖ ਆ ਪਟਨੇ ਵਿੱਚ, ਸਭ ਤੋਂ ਅਮੀਰ ਪੁਰਖ ਆ ਨਾ, ਉਹਨੇ ਬਾਬੇ ਨਾਨਕ ਦਾ ਧੰਨਵਾਦ ਬਾਅਦ ਚ ਪਹਿਲਾਂ ਬਾਬੇ ਮਰਦਾਨੇ ਦਾ ਧੰਨਵਾਦ ਕੀਤਾ, ਜਾਣੀ ਕਿ ਦੋਵਾਂ ਜਣਿਆਂ ਨੂੰ ਇੱਕ ਅੱਖ ਨਾਲ ਵੇਖਿਆ। ਜਿਵੇਂ ਦੋ ਅੱਖਾਂ ਨੇ ਨਾ ਤੇ ਦੇਖਦੀਆਂ ਤਾਂ ਇੱਕੋ ਹੀ ਹੈ, ਇਹਨਾਂ ਦੀ ਦ੍ਰਿਸ਼ਟੀ ਤਾਂ ਦੋਨਾਂ ਦੀ ਇੱਕੋ ਹੀ, ਕੰਮ ਤਾਂ ਇੱਕੋ ਹੀ ਕਰਦੀ ਆ। ਇਹ ਨਹੀਂ ਵੀ ਇਧਰਲੀ ਅੱਖ ਇਧਰਲੇ ਪਾਸੇ ਤੁਰੀ ਫਿਰਦੀ ਤੇ ਇਧਰਲੀ ਇਧਰਲੇ ਪਾਸੇ ਤੁਰੀ ਫਿਰਦੀ ਆ। ਆ ਜਿਵੇਂ ਹੱਥਾਂ ਨੇ ਕਿੱਧਰ ਵਗ ਗਿਆ ਕਿੱਧਰ ਵਗ ਗਿਆ, ਅੱਖਾਂ ਹੀ ਨਹੀਂ ਜਾਂਦੀਆਂ, ਅੱਖਾਂ ਦੀ ਦ੍ਰਿਸ਼ਟੀ ਇੱਕੋ ਹੀ ਆ। ਬਾਬਾ ਨਾਨਕ ਤੇ ਮਰਦਾਨਾ ਭਾਵੇਂ ਸਰੀਰ ਦੋ ਨੇ। ਸਾਲਸਰਾਏ ਜੌਹਰੀ ਕੀ ਕਹਿੰਦਾ, ਪਰ ਧੰਨਵਾਦ ਮਰਦਾਨਿਆ ਤੇਰਾ, ਜਿਹਨੇ ਮੇਰੇ ਨਾਲ ਬਾਬੇ ਨਾਨਕ ਦਾ ਮੇਲ ਕਰਵਾ ਦਿੱਤਾ। ਤੇ ਹੁਣ ਕੀ ਆ, ਹੁਣ ਦੋਵਾਂ ਨੂੰ ਮੈਂ ਤੁਹਾਨੂੰ ਇੱਕ ਅੱਖ ਨਾਲ ਵੇਖਦਾ। ਤੁਸੀਂ ਨਾ ਜਿਵੇਂ ਮੇਰੀਆਂ ਦੋ ਅੱਖਾਂ ਨੇ, ਦ੍ਰਿਸ਼ਟੀ ਇੱਕ ਆ, ਇਵੇਂ ਜਿਵੇਂ ਤੁਸੀਂ ਦੁਨੀਆ ਦੇ ਵਿੱਚ ਦੋ ਅੱਖਾਂ ਤੇ ਪਰ ਦ੍ਰਿਸ਼ਟੀ ਤੁਹਾਡੀ, ਵਿਚਾਰ ਤੁਹਾਡੇ ਇੱਕ ਨੇ। ਇਹਨੂੰ ਕਹਿੰਦੇ ਆ ਮਨੁੱਖੀ ਪ੍ਰਤਾਪ। ਪ੍ਰਤਾਪ ਨਸ਼ੇ ਖਾ ਕੇ ਨਹੀਂ ਵੱਧਦਾਗਾ, ਪ੍ਰਤਾਪ ਗੰਦੇ ਕੰਮ ਕਰਕੇ ਨਹੀਂ ਵੱਧਦਾਗਾ, ਗੁਰੂ ਦੀ ਵਿਚਾਰਧਾਰਾ ਜੀਵਨ ਵਿੱਚ ਲਿਆਉਣ ਕਰਕੇ ਵੱਧ ਜਾਂਦਾ। ਅੱਗੇ ਪਾਤਸ਼ਾਹ ਜੀ ਫਿਰ ਜ਼ਿਕਰ ਕਰਦੇ ਨੇ ਲਾਸਟ ਵਿੱਚ, ਸਦਾ ਸਦਾ ਹਰ ਧਿਆਈਐ ਕਿਛ ਵਿਘਨ ਨਾ ਲੱਗੈ। ਕਹਿੰਦੇ ਤੂੰ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੂੰ ਧਿਆਇਆ ਕਰ, ਤੈਨੂੰ ਵਿਘਨ ਨਹੀਂ ਲੱਗਣਾਗਾ, ਕਿਸੇ ਤਰ੍ਹਾਂ ਦੀ ਵੀ ਕੋਈ ਆਫਤ ਨਹੀਂ ਆਉਣੀ। ਆਵੇਗੀ ਜ਼ਰੂਰ, ਫਿਰ ਤੂੰ ਉਹਨੂੰ ਦੁੱਖ ਦੇ ਵਿੱਚ ਨਹੀਂ ਸੁੱਖ ਦੇ ਵਿੱਚ ਹੀ ਮਹਿਸੂਸ ਕਰੇਗਾ। ਠੀਕ ਹੈ ਨਾ। ਲਾਸਟ ਵਿੱਚ ਪਾਤਸ਼ਾਹ ਜੀ ਜ਼ਿਕਰ ਕਰਦੇ, ਨਾਨਕ ਨਾਮ ਸਲਾਹੀਐ ਭੈ ਦੁਸ਼ਮਣ ਭਾਗੈ। ਸਾਡੇ ਦੁਸ਼ਮਣ ਤਾਂ ਭੱਦੇ ਭੱਜੇ ਨਹੀਂ ਗਏ, ਹਨਾ। ਇੱਥੇ ਲਿਖਿਆ ਨਾਨਕ ਨਾਮ ਧਿਆਈਐ ਭੈ ਦੁਸ਼ਮਣ ਭਾਗੈ। ਅਸੀਂ ਤਾਂ ਜਿੰਨਾ ਨਾਨਕ ਦੇ ਨਾਮ ਦੇ ਨੇੜੇ ਹੁੰਨੇ ਆ, ਉਹਨੇ ਦੁਸ਼ਮਣ ਵਧੀ ਜਾਂਦੇ ਨੇ, ਉਲਟ ਹੋ ਗਿਆ ਕੰਮ, ਹਨਾ। ਪਰ ਇਹ ਦੁਸ਼ਮਣਾਂ ਦੀ ਤਾਂ ਗੱਲ ਹੀ ਨਹੀਂ ਕੀਤੀ, ਵੱਧ ਰਹੇ ਨੇ। ਜਿੰਨੇ ਤੁਸੀਂ ਚੰਗੀ ਕੰਮ ਕਰੋਗੇ ਨਾ, ਸੇਵਾ ਵੱਧ ਕਰੋਗੇ, ਨੱਕ ਚੜਾ ਚੜਾ ਗੱਲਾਂ ਕਰਦਾ ਅਗਲਾ। ਇਹ ਇੱਥੇ ਸਿੱਧ ਕੀ ਹੁੰਦਾ ਵੀ ਦੁਸ਼ਮਣ ਵਧੇ ਆ, ਘਟੇ ਨਹੀਂ। ਬਾਬਾ ਨਾਨਕ ਕਹਿੰਦਾ ਇਹਨਾਂ ਦੀ ਨਹੀਂ ਪਰਵਾਹ ਮੰਨਣੀ, ਨਾ ਨਾ ਨਾ। ਇਹ ਤਾਂ ਭਮੱਕੜਾਂ ਵਰਗੇ ਹੁੰਦੇ ਆ, ਮੀਂਹ ਪੈ ਗਿਆ ਬਾਹਰ ਨਿਕਲ ਆਉਂਦੇ ਆ, ਫੇਰ ਛੁਪ ਜਾਂਦੇ ਨੇ, ਵਿੱਚ ਹੀ ਲੁਕ ਜਾਂਦੇ ਨੇ। ਕੋਈ ਕਦਾ ਸਾਲ 6 ਮਹੀਨਾ ਚੰਗਾ ਕੰਮ ਕਰਤਾ ਨਾ, ਭਮੱਕੜ ਵਾਂਗੂ ਮੂਹਰੇ ਜਿਹੇ ਹੋ ਜਾਂਦੇ ਆ। ਅੱਜ ਫਲਾਨਾ ਸਿਓ ਨੇ ਫਲਾਨਾ ਕੰਮ ਕਰਤਾ, ਭਮੱਕੜ ਆ ਨਾ, ਭਾਵ ਇੱਕ ਰੂਟੀਨ ਦੇ ਵਿੱਚ ਚੱਲੀ ਜਾਂਦਾ ਕੰਮ, ਭੌਰਾ ਉਹ ਰੂਟੀਨ ਦੇ ਵਿੱਚ ਚੱਲਦਾ। ਗੁਰੂ ਸਾਹਿਬ ਕਹਿੰਦੇ ਉਹ ਭਮੱਕੜਾਂ ਦੀ ਪਰਵਾਹ ਨਹੀਂ ਕਰਨੀ ਗੀ। ਉਹਨਾਂ ਦਾ ਕੀ ਹੈ ਵਿਚਾਰਿਆਂ ਦਾ, ਉਹਨਾਂ ਦੀ ਅਸਿਆ। ਸੋ ਵਾਹਿਗੁਰੂ ਭਲਾ ਕਰੇ, ਆਪਣਾ ਟਾਈਮ ਹੋ ਗਿਆ। ਕੱਲ ਹੀ ਨੇ ਦੋ ਗੱਲਾਂ ਚੱਲ ਪਈਆਂ, ਕਾਫੀ ਵੀਰ ਬੈਠੇ ਸੀ, ਕਹਿੰਦੇ ਯਾਰ ਭਮੱਕੜ ਦੀ ਉਮਰ ਕਿੰਨੀ ਕੁ ਹੁੰਦੀ, ਐ ਗੱਲਾਂ ਚੱਲ ਪਈਆਂ। ਕਹਿੰਦੇ ਉਮਰ ਕਿੰਨੀ ਕੁ ਹੁੰਦੀ ਹੈ ਇਹਦੀ, ਕੋਈ ਕਹੇ ਘੰਟੇ ਦੀ, ਕੋਈ ਕਹੇ 2 ਘੰਟਿਆਂ ਦੀ, ਕੋਈ ਕਹੇ 5 ਘੰਟਿਆਂ ਦੀ, ਕੋਈ ਕਿਵੇਂ। ਅਖੀਰ ਗੱਲ ਕਿੱਥੇ ਮੁੱਕ ਗਈ, ਕਹਿੰਦੇ ਚਾਹੇ 5 ਘੰਟਿਆਂ ਦੀ ਉਮਰ ਆ, ਚਾਹੇ 10 ਘੰਟਿਆਂ ਦੀ ਹੈ, ਚਾਹੇ ਘੰਟੇ ਦੀ ਆ, ਮਰਦੇ ਤਾਂ ਤੜਫ ਕੀ ਆ। ਸੋਚ ਲਓ ਹਨਾ, ਵਿਚਾਰੇ ਤੜਫ ਕੀ ਮਰ, ਨਿਗਾਹ ਮਾਰ ਕੇ ਵੇਖੋ। ਇਹ ਉਹ ਭਮੱਕੜ ਨੇ ਜਿਨ੍ਹਾਂ ਦੀ ਜ਼ਿੰਦਗੀ 'ਚ ਤੜਫਣਾ ਮੁੱਕੇਗੀ ਨਹੀਂ, ਮੁੱਕਦੀ ਨਹੀਂ, ਨਾ 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 ਨਾ। ਅੱਛਾ, ਜਿਹੜੇ ਕਿਹੜੇ ਤਾਂ ਭਮੱਕੜ ਨੇ ਤੰਗ ਵੱਧ ਕਰਦੇ ਨੇ, ਕਹਿੰਦੇ ਕੁਛ ਨਹੀਂ, ਕਰ ਕੁਛ ਨਹੀਂ ਸਕਦੇ। ਭਮੱਕੜ ਦੰਦੀ ਨਹੀਂ ਵੜਦਾ, ਕਿਹਦੇ ਕਿ ਵੜਦਾ ਹੁੰਦਾਗਾ, ਦੰਦੀ ਨਹੀਂ ਵੜਦਾ, ਪਰ ਡਰ ਸਾਰਿਆਂ ਨੂੰ ਲੱਗਦਾ ਵੀ ਆ ਗਏ। ਇਹ ਗੁਰੂ ਸਾਹਿਬ ਜੀ ਕਹਿੰਦੇ ਭਮੱਕੜਾਂ ਤੋਂ ਪਰਵਾਹ ਨਹੀਂ ਮੰਨਣੀਗੀ। ਆਪਣੀ ਜ਼ਿੰਦਗੀ 'ਚ ਭਮੱਕੜ ਰੂਪੀ ਦੁਸ਼ਮਣ ਬਣਨਗੇ, ਕੋਈ ਸ਼ੱਕ ਨਹੀਂ, ਪਰ ਅੰਦਰ ਦੇ ਦੁਸ਼ਮਣ ਦੀ ਗੱਲ ਕੀਤੀ ਆ। ਕਹਿੰਦੇ ਤੇਰੇ ਜੀਵਨ 'ਚੋਂ ਨਾ, ਜੋ ਪਹਿਲੀ ਗੱਲ ਸੀ ਰਾਮ ਰਾਜ, ਜਦੋਂ ਰਾਮ ਰਾਜ ਸ਼ੁਰੂ ਹੋ ਗਿਆ, ਫਿਰ ਅੰਦਰ ਦੇ ਦੁਸ਼ਮਣ ਜਿਹੜੇ ਉਹ ਸਾਰੇ ਭੱਜ ਜਾਣਗੇ, ਉਹ ਨਹੀਂ ਖੜਨਗੇ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਆਹ ਦੁਸ਼ਮਣ ਇਹ ਭੱਜ ਜਾਣਗੇ। ਇਹਨਾਂ ਤੋਂ ਬਸ ਆਪਾਂ ਬਚਣਾ। ਬਾਹਰਲੇ ਭਮੱਕੜ ਦੁਸ਼ਮਣ ਨਾ ਤਾਂ ਦੰਦੀ ਵੱਢਣ, ਨਾ ਕੁਛ ਕਹਿਣ। ਖਤਰਾ ਉਹਨਾਂ ਤੋਂ ਲੱਗਦਾ ਹੁੰਦਾ ਵੀ ਜੇ ਬਾਹਲੇ ਆ ਗਏ ਨਾ ਤੰਗ ਕਰਨਗੇ, ਤੇ ਕਰਦੇ ਵੀ ਤੰਗ ਨੇ। ਉਹਨਾਂ ਦੀ ਕੁਰਬਲ ਜੀ, ਉਹਨਾਂ ਦਾ ਗਰੁੱਪ ਆ ਜਿਹੜਾ, ਉਹ ਦੇਖਣ ਨੂੰ ਐ ਲੱਗਦਾ ਵੀ ਖਤਮ ਕਰ ਦੋ ਸਾਨੂੰ। ਸੋ ਵਾਹਿਗੁਰੂ ਭਲਾ ਕਰੇ। ਗੁਰੂ ਸਾਹਿਬ ਜੀ ਕਹਿੰਦੇ ਭਾਈ ਤੇਰੀ ਜ਼ਿੰਦਗੀ 'ਚ ਤੇਰੇ ਦੁਸ਼ਮਣ ਨੇ ਜਿਹੜੇ, ਉਹ ਵਿਕਾਰ ਨੇ, ਵਿਕਾਰਾਂ ਨੂੰ ਆਪਣੀ ਜ਼ਿੰਦਗੀ 'ਚੋਂ ਦੂਰ ਕਰ, ਨਹੀਂ ਤਾਂ ਤੂੰ ਪਵਿੱਤਰ ਹੋ ਜਾਏਗਾ, ਤੇ ਨਾਲੇ ਤੇਰੀ ਜ਼ਿੰਦਗੀ ਹੈ ਜਿਹੜੀ ਉਹ ਗੁਰੂ ਲੇਖੇ ਲੱਗ ਜਾਵੇਗੀ। ਸੋ ਸਾਰਿਆਂ ਦਾ ਧੰਨਵਾਦ, ਭੁੱਲਾਂ ਦੀ ਖਿਮਾ। ਗੁਰੂ ਸਾਹਿਬ ਕਿਰਪਾ ਕਰਨ, ਇਸੇ ਤਰ੍ਹਾਂ ਨਾਮ ਬਾਣੀ ਨਾਲ ਆਪਾਂ ਜੁੜੇ ਰਹੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ